ਪੈਗੰਬਰ ਤੋਂ ਪੈਗੰਬਰ ਦੀ ਮੌਤ ਤੱਕ। ਲੇਖਕ ਨੇ ਖਲੀਲ ਜਿਬਰਾਨ। ਸਮਰਪਣ। ਪਰਮਾਤਮਾ ਦੀ ਰਚੀ ਸਮੁੱਚੀ ਸ੍ਰਿਸ਼ਟੀ ਦੇ ਨਾਂ। ਸ਼ਾਲਾ। ਇਹ ਪੁਸਤਕ ਪਰਮਾਤਮਾ ਦੇ ਨੂਰ ਨਾਲ ਰੁਸ਼ਨਾਈ ਅਧਿਆਤਮਕ ਆਕਾਸ਼ ਦੀ ਅਥਾਹ ਦੀ ਥਾਂ ਪਾਉਣ ਵਿੱਚ ਸਾਡੇ ਲਈ ਪ੍ਰੇਰਨਾ ਦਾ ਸਬੱਬ ਬਣੇ। ਆਮੀਨ। ਕੁਝ ਗੱਲਾਂ ਇਸ ਪੁਸਤਕ ਤੇ ਇਸ ਦੇ ਲੇਖਕ ਬਾਰੇ। ਪੈਗੰਬਰ ਲੈਬਨਾਨ ਮੂਲ ਦੇ ਅਰਬੀ ਤੇ ਅੰਗਰੇਜ਼ੀ ਸਾਹਿਤ ਦੇ ਆਜ਼ੀਮ ਕਵੀ, ਲਘੂ ਕਥਾਕਾਰ, ਨਿਬੰਧਕਾਰ, ਚਿੱਤਰਕਾਰ, ਦਾਰਸ਼ਨਿਕ, ਬੁੱਤ ਤਰਾਸ਼, ਅਧਿਆਤਮਕਵਾਦੀ ਤੇ ਦ੍ਰਿਸ਼ਟੀਗਤ ਕਲਾਕਾਰ ਖਲੀਲ ਜਿਬਰਾਨ ਦੀ ਵਿਸ਼ਵ ਪ੍ਰਸਿੱਧੀ ਵਾਲੀ ਕਿਰਤੀ ਹੈ। ਪ੍ਰਕਾਸ਼ਨ ਨਾਲ ਜੁੜੇ ਵਸੀਲਿਆਂ ਦੀ ਇੱਕ ਖੋਜ ਮੁਤਾਬਕ ਜਿਬਰਾਨ ਵਿਲੀਅਮ ਸ਼ੇਕਸਪੀਅਰ ਤੇ ਲਾਓਤਜ਼ੇ ਤੋਂ ਬਾਅਦ ਦੁਨੀਆ ਦਾ ਤੀਸਰਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਲੇਖਕ ਹੈ। ਉਸ ਦੀਆਂ ਅਰਬੀ ਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ 25 ਦੇ ਲਗਭਗ ਪੁਸਤਕਾਂ ਮਿਲਦੀਆਂ ਹਨ, ਜਿਨ੍ਹਾਂ ਵਿੱਚੋਂ ਪੈਗੰਬਰ ਸਭ ਤੋਂ ਵੱਧ ਮਕਬੂਲ ਹੋਈ ਹੈ। ਮੌਲਿਕ ਰੂਪ ਵਿੱਚ ਇਹ ਪੁਸਤਕ ਸਭ ਤੋਂ ਪਹਿਲੀ ਵਾਰ 1923 ਵਿੱਚ ਅਮਰੀਕਾ ਵਿੱਚ ਛਪੀ ਸੀ ਤੇ ਹੁਣ ਤੱਕ ਇਸ ਦੇ 163 ਐਡੀਸ਼ਨ ਛਪ ਚੁੱਕੇ ਹਨ, ਜਦਕਿ ਮੂਲ ਪ੍ਰਕਾਸ਼ਨ ਤੋਂ ਲੈ ਕੇ ਹੁਣ ਤੱਕ ਇਸ ਦੀਆਂ 10 ਕਰੋੜ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ ਤੇ ਇਹ ਵਿਸ਼ਵ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਸਦਾਬਹਾਰ ਪੁਸਤਕਾਂ ਵਿੱਚੋਂ ਇੱਕ ਹੈ, ਜਿਸ ਦਾ 40 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਵੀ ਹੋ ਚੁੱਕਾ ਹੈ। ਕਵੀਮਈ ਵਾਰਤਕ ਸ਼ੈਲੀ ਵਿੱਚ ਲਿਖੀ ਪੁਸਤਕ ਪੈਗੰਬਰ ਵਿੱਚ ਕੁੱਲ 28 ਅਧਿਆਏ ਜਾਂ ਖੰਡ ਹਨ ਅਤੇ ਹਰੇਕ ਅਧਿਆਏ ਵਿੱਚ ਪਿਆਰ, ਵਿਆਹ, ਸੰਤਾਨ, ਕਿਰਤ ਕਰਮ, ਸੁੱਖ ਦੁੱਖ, ਆਤਮਬੋਧ, ਅਧਿਆਪਨ, ਦੋਸਤੀ, ਸਮਾਂ, ਅਰਦਾਸ, ਧਰਮ, ਮੌਤ ਆਦਿ ਜੀਵਨ ਦੇ ਵਿਭਿੰਨ ਰਹੱਸਾਂ ਤੇ ਪਹਿਲੂਆਂ ਨੂੰ ਉਜਾਗਰ ਕਰਦੇ ਤੇ ਅਧਿਆਤਮਕ ਦੇ ਮਾਰਗ ਤੇ ਮਨੁੱਖਤਾ ਦਾ ਮਾਰਗ ਦਰਸ਼ਨ ਕਰਦੇ ਨਬੀ ਅਲ ਮੁਸਤਫਾ ਦੇ 26 ਰੂਹਾਨੀ ਪੈਗਾਮ ਦਰਜ ਹਨ, ਸਿਵਾਏ ਪਹਿਲੇ ਤੇ ਅੰਤਲੇ ਅਧਿਆਏ ਦੇ, ਕਿਉਂਕਿ ਪਹਿਲੇ ਅਧਿਆਏ ਵਿੱਚ ਨਬੀ ਅਲ ਮੁਸਤਫਾ ਜੋ ਕਿ 12 ਵਰ੍ਹੇ ਔਰਫੈਲਿਸ ਸ਼ਹਿਰ ਦੀ ਵਿਦੇਸ਼ੀ ਧਰਤੀ ਤੇ ਗੁਜ਼ਾਰ ਕੇ ਆਪਣੀ ਜਨਮ ਭੋਏ ਵੱਲ ਵਾਪਸ ਪਰਤਣ ਲਈ ਸਮੁੰਦਰੀ ਜਹਾਜ਼ ਨੂੰ ਤਾਂਘ ਰਿਹਾ ਸੀ, ਨੂੰ ਕੁਝ ਸਥਾਨਕ ਲੋਕਾਂ ਦੇ ਸਮੂਹ ਵੱਲੋਂ ਰੋਕਣ ਤੇ ਉਸ ਨੂੰ ਸਤੀ ਸਜਾਨ ਜਾਂ ਕਿ ਸੱਚਾ ਤੇ ਸੁੱਚਾ ਗਿਆਨ ਦੀ ਦਾਤ ਬਖਸ਼ਣ ਦੀ ਜੋਦੜੀ ਕਰਨ ਦੇ ਦ੍ਰਿਸ਼ ਨੂੰ ਰੂਪਮਾਨ ਕੀਤਾ ਗਿਆ, ਜਦਕਿ ਆਖਰੀ ਅਧਿਆਏ ਲੋਕਾਂ ਨੂੰ ਸਤ ਸੁਜਾਨ ਯਾਨੀ ਕਿ ਸੱਚਾ ਤੇ ਸੁੱਚਾ ਗਿਆਨ ਨੂੰ ਆਪਣੇ ਅੰਦਰੋਂ ਹੀ ਭਾਲਣ ਦਾ ਮਾਰਗ ਦੱਸਣ ਤੋਂ ਬਾਅਦ ਨਬੀ ਪੈਗੰਬਰ ਦਾ ਔਰ ਫੈਲਿਸ ਦੇ ਲੋਕਾਂ ਤੋਂ ਵਿਦਾ ਲੈਣ ਦਾ ਦ੍ਰਿਸ਼ ਦਰਸਾਉਂਦਾ ਹੈ। ਪੈਗੰਬਰ ਅਸਲ ਵਿੱਚ ਫਾਰਸੀ ਭਾਸ਼ਾ ਦਾ ਸ਼ਬਦ ਹੈ ਜੋ ਦੋ ਸ਼ਬਦਾਂ ਪੈਗਾਮ ਤੇ ਬਰ, ਪੈਗਾਮ ਮਤਲਬ ਸੁਨੇਹਾ ਤੇ ਬਰ ਲੈ ਜਾਣ ਵਾਲਾ ਤੋਂ ਮਿਲ ਕੇ ਬਣਿਆ ਹੋਇਆ ਹੈ, ਭਾਵ ਧਰਮ ਦਾ ਐਸਾ ਨਬੀ ਜਾਂ ਪੈਗੰਬਰ ਜੋ ਰੱਬੀ ਸੁਨੇਹਾ ਲੋਕਾਂ ਤੱਕ ਲਿਜਾਵੇ। ਇਸ ਤਰ੍ਹਾਂ ਇਹ ਕਿਰਤ ਇੱਕ ਈਸ਼ਵਰਵਾਦ ਤੇ ਅਧਿਆਤਮਕਵਾਦ ਦੀ ਲੋਏ ਜਪਜੀ ਵਿਚਲੇ ਪ੍ਰਸ਼ਨ ਕਿਵੇਂ ਸਚਿਆਰਾ ਹੋਈ ਹੈ ਕਿ ਕੂੜੇ ਤੁੱਤੇ ਪਾਲ ਦਾ ਹੀ ਜਵਾਬ ਲੱਭਣ ਲਈ ਮਾਰਗ ਦਰਸ਼ਨ ਦੀ ਭੂਮਿਕਾ ਨਿਭਾਉਂਦੀ ਹੋਈ ਜੀਵਨ ਦੇ ਵਿਆਪਕ ਵਿਸਤਾਰਾਂ ਤੇ ਵਰਤਾਰਿਆਂ ਦੇ ਵਿਭਿੰਨ ਪਹਿਲੂਆਂ ਬਾਰੇ ਅਨੁਭਵ ਤੇ ਇਤਿਹਾਸ ਦੇ ਤਲ ਤੇ ਵਿਖਿਆਨ ਕਰਦੀ ਹੈ ਅਤੇ ਸਮੁੱਚੇ ਰੂਪ ਵਿੱਚ ਨਬੀ ਦੇ ਪੈਗਾਮ ਅਧਿਆਤਮਕ ਗਿਆਨ ਅਵਸਥਾ ਦੀਆਂ ਦੋ ਪ੍ਰਮੁੱਖ ਮੰਜ਼ਲਾਂ ਦੀ ਪਰਿਕਰਮਾ ਕਰਦੇ ਪ੍ਰਤੀਤ ਹੁੰਦੀ ਹੈ। ਉਹ ਮੰਜ਼ਲਾਂ ਹਨ ਆਪਣੇ ਮੂਲ ਨੂੰ ਪਛਾਣਨਾ ਤੇ ਉਸ ਨੂੰ ਤਲਾਸ਼ ਕੇ ਉਸ ਵਿੱਚ ਅਭੇਦ ਹੋਣਾ, ਭਾਵ ਸਮਾਉਣਾ। ਉਹ ਆਦਿ ਸੱਚ ਤੇ ਜੁਗਾਦ ਸੱਚ, ਮੂਲ ਜੋ ਨਿਰਗੁਣ ਨਿਰਾਕਾਰ ਤੇ ਅਕਾਲ ਮੂਰਤ ਹੈ, ਜਿਸ ਦੇ ਨੂਰ ਤੋਂ ਹੀ ਇਸ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਏਕ ਨੂਰ ਤੇ ਸਭ ਜਗ ਉਪਜਿਆ, ਕਬੀਰ ਬਾਣੀ। ਉਹ ਕਿਧਰੇ ਬਾਹਰ ਨਹੀਂ, ਸਗੋਂ ਸਾਡੇ ਅੰਦਰ ਹੀ ਲੁਕਿਆ ਹੋਇਆ ਹੈ
ਤੈ ਅੰਦਰ ਆਵ ਹਜਾਤੇ ਹੂੰ ਸੁਲਤਾਨ ਬਾਹੈ, ਅਤੇ ਮੇਰੀ ਬੁੱਕਲ ਦੇ ਵਿੱਚ ਚੋਰ ਬੁੱਲੇ ਸ਼ਾਹ। ਤੇ ਉਸ ਨੂੰ ਪਹਿਚਾਨਣਾ ਆਪਣਾ ਮੂਲ ਪਹਿਚਾਨਣ ਦੇ ਹੀ ਤੁੱਲ ਹੈ, ਜਿਸ ਨੂੰ ਪਛਾਣੇ ਬਿਨਾ ਉਸ ਵਿੱਚ ਅਭੇਦ ਨਹੀਂ ਹੋਇਆ ਜਾ ਸਕਦਾ। ਇਹ ਅਧਿਆਤਮਕ ਪੜਾਅ ਦੀ ਸੱਚਾਈ ਤੇ ਸਿਫਤ ਬਾਰੇ ਸ਼ਾਹ ਹੁਸੈਨ ਨੇ ਵੀ ਲਿਖਿਆ ਹੈ। ਆਪ ਨੂੰ ਪਛਾਣ ਬੰਦੇ ਆਪ ਨੂੰ ਪਛਾਣ, ਜੋ ਤੁਧ ਆਪਣਾ ਆਪ ਪਛਾਤਾ ਸਾਹਿਬ ਨੂੰ ਮਿਲਣ ਆਸਾਨ। ਉਰਦੂ ਦੇ ਮਸ਼ਹੂਰ ਸ਼ਾਇਰ ਅਲਾਮਾ ਇਕਬਾਲ ਨੇ ਵੀ ਇੱਕ ਸ਼ੇਰ ਵਿੱਚ ਇਸ ਅਟਲ ਸੱਚਾਈ ਨੂੰ ਬਿਆਨਿਆ। ਖੁਦੀ ਮੇਂ ਗੁਮ ਹੈ ਖੁਦਾਈ, ਖੁਦੀ ਮੇਂ ਗੁਮ ਹੈ ਖੁਦਾਈ, ਤਲਾਸ਼ ਕਰੇ ਗਾਫਿਲ। ਪਰ ਖੁਦੀ ਜਾਂ ਆਪੇ ਵਿੱਚ ਗੁੰਮ ਇਸ ਖੁਦਾਈ ਰੱਬੀ ਨੂਰ ਨੂੰ ਗਾਫਿਲ ਮਤਲਬ ਕਿ ਬੇਖਬਰ ਜਾਂ ਬੇਪਰਵਾਹ ਆਖਿਰ ਕਿਵੇਂ ਲੱਭੇ? ਇਸ ਦਾ ਜਵਾਬ ਸੂਫੀ ਮਤ ਤੇ ਬਖੂਬੀ ਦਿੱਤਾ। ਸੂਫੀ ਮਤ ਨੇ ਬਖੂਬੀ ਦਿੱਤਾ। ਕਹਿੰਦਾ, ਮਰ ਜਾ ਬੰਦਿਆ ਮਰ ਜਾਣ ਤੋਂ ਪਹਿਲਾਂ। ਯਾਨੀ ਕਿ ਆਪਣੀ ਖੁਦੀ ਮੈਂ ਜਾਂ ਆਪਾਂ ਨੂੰ ਮਾਰ ਕੇ ਹੀ ਖੁਦਾਈ ਵਿੱਚ ਅਭੇਦ ਹੋਇਆ ਜਾ ਸਕਦਾ ਹੈ। ਕੁੱਲ ਮਿਲਾ ਕੇ ਔਕਰ ਤ੍ਰੇਲੀ ਵਿੱਚ ਆਏ ਨਬੀ ਪੈਗੰਬਰ ਦੇ ਪੈਗਾਮ ਉਪਰਕਤ ਇੱਕ ਸਤ ਸੁਜਾਨ ਦੀ ਪ੍ਰਾਪਤੀ ਲਈ ਹੀ ਅਧਿਆਤਮ ਤੇ ਉਸ ਮਾਰਗ ਤੇ ਮਨੁੱਖਤਾ ਦਾ ਮਾਰਗਦਰਸ਼ਨ ਕਰ ਰਹੇ ਹਨ, ਜਿਸ ਮਾਰਗ ਤੇ ਗੁਰਮਤ ਤੇ ਸੂਫੀ ਮਤ ਨੇ ਪਹਿਲਾਂ ਹੀ ਅਮਿਟ ਤੇ ਰੋਸ਼ਨ ਪੂਰਨੇ ਪਾਏ ਹੋਏ ਹਨ। ਇਸ ਸਤਿਆਰਥਕਤਾ ਕਰਕੇ ਹੀ ਉਕਤ ਕਿਰਤ ਇੰਨੀ ਮੁੱਲਵਾਨ ਤੇ ਮਕਬੂਲ ਸਾਬਤ ਹੋਈ ਹੈ, ਜੋ ਕਿ ਸਹਿਜ ਸੁਭਾਅ ਹੀ ਈਸਾਈ ਮਤ, ਗੁਰਮਤ ਤੇ ਸੂਫੀ ਮਤ ਦੀ ਦਾਰਸ਼ਨਿਕ ਤ੍ਰਿਵੈਣੀ ਦੇ ਸੰਗਮ ਦਾ ਸਬੱਬ ਬਣੀ ਹੈ। ਇਸ ਤ੍ਰੇਲੜੀ ਦੇ ਪਹਿਲੀ ਪੁਸਤਕ ਪੈਗੰਬਰ 1923 ਵਿੱਚ ਖਲੀਲ ਜਿਬਰਾਨ ਨੇ ਆਪਣੇ ਹੱਥਾਂ ਵਿੱਚ ਛਪਵਾਈ ਸੀ, ਜਦੋਂ ਕਿ ਦੂਸਰੀ ਅਤੇ ਤੀਸਰੀ ਪੁਸਤਕ ਪੈਗੰਬਰ ਦਾ ਬਗੀਚਾ ਤੇ ਪੈਗੰਬਰ ਦੀ ਮੌਤ ਉਸ ਦੀ ਮੌਤ ਤੋਂ ਕਾਫੀ ਬਾਅਦ ਵਿੱਚ ਛਪੀਆਂ ਸਨ। ਜਦੋਂ ਜਿਬਰਾਨ ਦੀ ਮੌਤ ਹੋਈ 1931 ਵਿੱਚ, ਤਾਂ ਉਹ ਪੈਗੰਬਰ ਦਾ ਬਗੀਚਾ ਪੁਸਤਕ 'ਤੇ ਕੰਮ ਕਰ ਰਿਹਾ ਸੀ, ਜਿਸ ਨੂੰ ਬਾਅਦ ਵਿੱਚ ਪੁਸਤਕ ਅਮਰੀਕੀ ਲੇਖਕਾਂ ਬਾਰਬਰਾ ਜੰਗ ਨੇ ਸੰਪੂਰਨ ਕਰਕੇ ਛਪਵਾਇਆ ਸੀ। ਇਸੇ ਤਰ੍ਹਾਂ ਤ੍ਰੇਲੜੀ ਦੀ ਆਖਰੀ ਪੁਸਤਕ ਪੈਗੰਬਰ ਦੀ ਮੌਤ ਨੂੰ ਇੱਕ ਹੋਰ ਅਮਰੀਕੀ ਦਾਰਸ਼ਨਿਕ ਜੈਸਨ ਲੀਨ ਨੇ 1979 ਵਿੱਚ ਇੱਕ ਸਾਖੀ ਜਾਂ ਸਾਕਸੀ ਵਜੋਂ ਲਿਖ ਕੇ ਛਪਵਾਇਆ ਸੀ। ਆਪਣੇ ਇਸ ਵਿਸਮਾਦੀ ਅਨੁਭਵ ਬਾਰੇ ਜੈਸਨ ਲੀਨ ਪੁਸਤਕ ਦੀ ਭੂਮਿਕਾ ਵਿੱਚ ਲਿਖਦਾ ਹੈ ਕਿ 6 ਜਨਵਰੀ 1973 ਨੂੰ ਤੜਕੇ ਸਵੇਰੇ ਅਰਬੀ ਪੁਜਾਰਿਨ ਅਲ ਮਿਤਰਾ ਇੱਕ ਰੰਗਹੀਨ ਤਰਲ ਤੇ ਆਕਾਸ਼ੀ ਰੂਪ ਵਿੱਚ ਉਸ ਦੇ ਪੜ੍ਹਨ ਕਮਰੇ ਵਿੱਚ ਪ੍ਰਗਟ ਹੋਈ। ਅਲ ਮੁਸਤਫਾ ਜਾਂ ਪੈਗੰਬਰ ਦੇ ਬੁੱਧਤਵ ਤੇ ਸੁਨੇਹਿਆਂ ਦੀ ਅਮਰ ਕਥਾ ਸੁਣਾਉਣ ਲਈ, ਤਾਂ ਕਿ ਅਸੀਂ ਸਾਰੇ ਜੀਵਨ ਦੇ ਮੌਨ ਨਗਮਿਆਂ ਨੂੰ ਸੁਣ ਸਕੀਏ। ਇਹ ਅਲ ਮੁਸਤਫਾ ਦੀ ਵਾਪਸੀ ਦੀ ਇੱਕ ਮੌਨ ਸ਼ੁਰੂਆਤ ਦੇ ਨਾਲ ਨਾਲ ਅਲ ਮਿਤਰਾ ਦਾ ਆਪਣੇ ਪਿਆਰੇ ਅਲ ਮੁਸਤਫਾ ਲਈ ਇੱਕ ਤੋਹਫਾ ਵੀ ਸੀ, ਤਾਂ ਕਿ ਉਹ ਉਸ ਦੀ ਇਹ ਪੈਗੰਬਰੀ ਯਾਤਰਾ ਸੰਪੂਰਨ ਹੋ ਸਕੇ। ਜੈਸਨ ਲੀਨ ਦੀ ਉਮਰ ਉਸ ਵੇਲੇ ਮਸਾਂ 20 ਵਰ੍ਹਿਆਂ ਦੀ ਸੀ ਤੇ ਉਸ ਨੇ ਪੁਸਤਕ 6 ਵਰ੍ਹਿਆਂ ਵਿੱਚ ਪੂਰੀ ਕੀਤੀ। ਇਸ ਅਤੁੱਲ ਰਚਨਾ ਤੇ ਅਜੀਮ ਰਚਨਾਕਾਰ ਖਲੀਲ ਜਿਬਰਾਨ ਦਾ ਜਨਮ 3 ਜਨਵਰੀ 1883 ਨੂੰ ਅਜੋਕੇ ਉੱਤਰੀ ਲੇਬਨਾਨ ਦੇ ਕਸਬੇ ਬਸਰੀ ਵਿੱਚ ਹੋਇਆ ਸੀ। ਭਾਵੇਂ ਆਪਣੇ ਬਚਪਨ ਵਿੱਚ ਉਸਨੇ ਕੋਈ ਰਵਾਇਤੀ ਸਕੂਲੀ ਵਿੱਦਿਆ ਹਾਸਲ ਨਹੀਂ ਕੀਤੀ, ਪਰ ਫਿਰ ਵੀ ਉੱਥੋਂ ਦੇ ਪਾਦਰੀਆਂ ਤੋਂ ਬਾਈਬਲ ਦੀ ਸਿੱਖਿਆ ਅਤੇ ਅਰਬੀ ਤੇ ਸੀਰੀਆਈ ਭਾਸ਼ਾਵਾਂ ਦੀ ਮੁੱਢਲੀ ਤਾਲੀਮ ਹਾਸਲ ਕਰਨ ਦਾ ਸੁਭਾਗ ਜ਼ਰੂਰ ਮਿਲਿਆ। ਗਰੀਬੀ ਕਾਰਨ ਅਤੇ ਪਿਤਾ ਖਲੀਲ ਨੂੰ ਗਬਨ ਕਰਨ ਦੇ ਮਾਮਲੇ ਵਿੱਚ ਜੇਲ੍ਹ ਹੋ ਜਾਣ ਕਾਰਨ ਅਤੇ ਉਹਨਾਂ ਦੀ ਸੰਪੱਤੀ ਜ਼ਬਤ ਕਰ ਲਏ ਜਾਣ ਕਾਰਨ ਉਹ ਕਬਰੀਟ ਉਮਰੇ ਹੀ ਆਪਣੇ ਪਰਿਵਾਰ ਨਾਲ ਬੋਸਟਨ ਅਮਰੀਕਾ ਵੱਲ ਪ੍ਰਵਾਸ ਕਰ ਗਿਆ ਸੀ। ਉੱਥੇ ਹੀ ਉਸਨੇ ਚਿੱਤਰਕਲਾ ਦੀ ਮੁੱਢਲੀ ਸਿੱਖਿਆ ਸ਼ੁਰੂ ਕੀਤੀ ਤੇ ਆਪਣੇ ਸਾਹਿਤਕ ਜੀਵਨ ਵੀ ਆਰੰਭਿਆ। ਭਾਵੇਂ ਉਸ ਦਾ ਪਿਤਾ 1894 ਵਿੱਚ ਰਿਹਾ ਹੋ ਗਿਆ ਸੀ, ਪਰ ਜਿਬਰਾਨ ਦੀ ਮਾਂ ਕੈਮਿਲਾ
ਚਾਚਾ ਕੈਮਿਲਾ 4 ਬੱਚਿਆਂ ਨੂੰ ਲੈ ਕੇ ਅੱਗੇ ਨਿਊਯਾਰਕ ਚਲੀ ਗਈ ਸੀ। ਬੋਸਟਨ ਦੇ ਸਕੂਲ ਵਿੱਚ ਹੋਈ ਇੱਕ ਦਫ਼ਤਰੀ ਉਕਾਈ ਕਾਰਨ ਉਸ ਦਾ ਨਾਂ ਸਕੂਲ ਵਿੱਚ ਕਹਲੀਲ ਜਿਬਰਾਨ ਵਜੋਂ ਦਰਜ ਕੀਤਾ ਗਿਆ। ਇਸ ਕਰਕੇ ਕਈ ਲੋਕ ਉਸ ਨੂੰ ਇਸ ਨਾਂ ਨਾਲ ਵੀ ਜਾਣਦੇ ਹਨ। ਉਸ ਦੀ ਮਾਂ ਨੇ ਆਪਣੇ 4 ਬੱਚਿਆਂ ਦੇ ਪਾਲਣ ਪੋਸ਼ਣ ਲਈ ਸਿਉਣ ਪਰਾਉਣ ਦਾ ਕੰਮ ਕਰਨਾ ਸ਼ੁਰੂ ਕੀਤਾ ਤੇ ਘਰੋਂ ਘਰੀ ਜਾ ਕੇ ਫੇਰੀ ਲਾ ਕੇ ਗੋਟੇ ਕਿਨਾਰਿਆਂ ਤੇ ਡੋਰੀਆਂ ਵੇਚਣ ਦਾ ਕਿੱਤਾ ਵੀ ਕਰਦੀ ਰਹੀ। ਜਿਬਰਾਨ ਨੇ 1895 ਵਿੱਚ ਸਕੂਲ ਜਾਣਾ ਸ਼ੁਰੂ ਕੀਤਾ। ਉਸ ਨੇ ਆਪਣੇ ਗੁਆਂਢ ਦੇ ਇੱਕ ਕਲਾ ਕੇਂਦਰ ਵਿੱਚ ਆਪਣਾ ਨਾਂ ਦਰਜ ਕਰਾਇਆ। ਆਪਣੇ ਅਧਿਆਪਕਾਂ ਸਦਕਾ ਉਸ ਦਾ ਰਾਬਤਾ ਬੋਸਟਨ ਦੇ ਮਸ਼ਹੂਰ ਚਿੱਤਰਕਾਰ, ਦਾਰਸ਼ਨਿਕ ਤੇ ਪ੍ਰਕਾਸ਼ਕ ਫਰੈਂਡ ਹਾਲੈਂਡ ਦੇ ਨਾਲ ਹੋਇਆ, ਜਿਸ ਨੇ ਉਸ ਦੀ ਸਿਰਜਣਾਤਮਕਤਾ ਵਿੱਚ ਉਸ ਨੂੰ ਬਹੁਤ ਹੌਸਲਾ ਤੇ ਉਤਸ਼ਾਹ ਦਿੱਤਾ, ਕਿਉਂਕਿ ਜਿਬਰਾਨ ਦੀ ਮਾਂ ਅਤੇ ਉਸ ਦਾ ਵੱਡਾ ਮਤਰੇਆ ਭਰਾ ਪੀਟਰ ਚਾਹੁੰਦੇ ਸਨ ਕਿ ਉਹ ਆਪਣੇ ਵਿਰਸੇ ਨਾਲ ਵੀ ਜੁੜਿਆ ਰਹੇ, ਨਾ ਕਿ ਸਿਰਫ ਪੱਛਮੀ ਪਦਾਰਥਵਾਦੀ ਸੱਭਿਆਚਾਰ ਨਾਲ ਹੀ, ਜਿਸ ਵੱਲ ਉਹ ਖਿੱਚਿਆ ਜਾ ਰਿਹਾ ਸੀ। ਇਸ ਲਈ 15 ਸਾਲ ਦੀ ਉਮਰ ਵਿੱਚ ਉਹ ਆਪਣੀ ਜਨਮ ਭੋਏ ਪਰਤ ਗਿਆ, ਇੱਕ ਮੁੱਢਲੇ ਸਕੂਲ ਅਤੇ ਅੱਗੇ ਬੇਰੁਤ ਦੀ ਉੱਚ ਸਿੱਖਿਆ ਸੰਸਥਾ ਵਿੱਚ ਪੜ੍ਹਨ ਲਈ। ਉਸ ਨੇ ਇੱਥੇ ਬੇਰੁਤ ਵਿੱਚ ਇੱਕ ਵਿਦਿਆਰਥੀ ਸਾਹਿਤਕ ਰਸਾਲਾ ਵੀ ਸ਼ੁਰੂ ਕੀਤਾ। ਆਪਣੇ ਇਸ ਹਮਜਮਾਤੀ ਨਾਲ ਮਿਲ ਕੇ ਉਹ ਇੱਥੇ ਕਾਲਜ ਦਾ ਕਵੀ ਵਜੋਂ ਵੀ ਚੁਣਿਆ ਗਿਆ। ਉਹ 1902 ਵਿੱਚ ਵਾਪਸ ਬੋਸਟਨ ਪਰਤਣ ਤੋਂ ਪਹਿਲਾਂ ਪੂਰੇ 7 ਸਾਲ ਇੱਥੇ ਰਿਹਾ। ਉਸ ਦੇ ਬੋਸਟਨ ਪਰਤਣ ਤੋਂ 2 ਹਫ਼ਤੇ ਪਹਿਲਾਂ ਹੀ ਉਸ ਦੀ ਭੈਣ ਸੁਲਤਾਨਾ ਟੀਵੀ ਦੀ ਬਿਮਾਰੀ ਨਾਲ ਚੱਲ ਵਸੀ, ਸਿਰਫ 14 ਸਾਲ ਦੀ ਉਮਰ ਵਿੱਚ, ਜਦਕਿ ਅਗਲੇ ਵਰ੍ਹੇ ਹੀ ਉਸ ਦਾ ਵੱਡਾ ਭਰਾ ਮਤਰੇਆ ਪੀਟਰ ਵੀ ਉਸ ਬਿਮਾਰੀ ਨਾਲ ਚੱਲ ਵਸਿਆ ਤੇ ਮਾਂ ਵੀ ਕੈਂਸਰ ਕਾਰਨ ਚੱਲ ਵਸੀ। ਅੱਗਿਓਂ ਉਸ ਦੀ ਛੋਟੀ ਭੈਣ ਮੈਰੀਆਨਾ ਨੇ ਜਿਬਰਾਨ ਤੇ ਖੁਦ ਦਾ ਗੁਜ਼ਾਰਾ ਤੋਰਿਆ, ਇੱਕ ਦਰਜੀ ਦੀ ਦੁਕਾਨ ਤੇ ਕੰਮ ਕਰਕੇ। ਜਿਬਰਾਨ ਨੇ ਆਪਣੀਆਂ ਕਲਾਕ੍ਰਿਤੀਆਂ ਦੀ ਪਹਿਲੀ ਨੁਮਾਇਸ਼ 1904 ਵਿੱਚ ਬੋਸਟਨ ਵਿੱਚ ਲਗਾਈ, ਫਰੈਂਡ ਹਾਲੈਂਡ ਡੇ ਦੀ ਰੰਗਸ਼ਾਲਾ ਵਿੱਚ। ਇਸ ਨੁਮਾਇਸ਼ ਦੌਰਾਨ ਜਿਬਰਾਨ ਦੀ ਮੁਲਾਕਾਤ ਇੱਕ ਸਾਹਿਤਕਾਰ ਮੁੱਖ ਅਧਿਆਪਕਾ ਮੈਰੀ ਐਲਿਜ਼ਾਬੈਥ ਹੌਸਕੈਲ ਨਾਲ, ਜੋ ਕਿ ਉਸ ਤੋਂ 10 ਸਾਲ ਵੱਡੀ ਸੀ, ਨਾਲ ਹੋਈ। ਦੋਨਾਂ ਵਿਚਕਾਰ ਅਜਿਹੀ ਡੂੰਘੀ ਦੋਸਤੀ ਹੋ ਗਈ ਜੋ ਜਿਬਰਾਨ ਦੇ ਆਖਰੀ ਸਾਹ ਤੱਕ ਤੋੜ ਨਿਬੜੀ। ਹੌਸਕੈਲ ਦੇ ਨਾ ਸਿਰਫ ਜਿਬਰਾਨ ਦੀ ਨਿੱਜੀ ਜ਼ਿੰਦਗੀ ਨੂੰ ਹੀ ਪ੍ਰਭਾਵਿਤ ਕੀਤਾ, ਸਗੋਂ ਉਸ ਦੀ ਕਿੱਤਾਮੁਖੀ ਵਿਕਾਸ ਵਿੱਚ ਵੀ ਯੋਗਦਾਨ ਪਾਇਆ। 1908 ਵਿੱਚ ਜਿਬਰਾਨ 2 ਸਾਲਾਂ ਲਈ ਪੈਰਿਸ ਵਿੱਚ ਐਗਸਟ ਰੈਡਿਨ ਕੋਲ ਚਿੱਤਰਕਲਾ ਸਿੱਖਣ ਗਿਆ। ਰੋਡਿਨ ਜਿਬਰਾਨ ਦੀ ਕਲਾ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਉਸ ਦੀ ਤੁਲਨਾ ਮਹਾਨ ਰੋਮਾਂਟਿਕ ਕਲਾਕਾਰ ਵਿਲੀਅਮ ਬਲੌਕ ਨਾਲ ਕੀਤੀ। ਇੱਥੇ ਹੀ ਜਿਬਰਾਨ ਆਪਦੇ ਕਲਾ ਵਿਦਿਆ ਦੇ ਸਾਥੀ ਦੇ ਉਮਰ ਭਰ ਬਣੇ ਰਹੇ ਦੋਸਤ ਯੂਸਫ ਹੋਵਾਇਕ ਨਾਲ ਪਹਿਲੀ ਵਾਰ ਮਿਲਿਆ। ਜਿੱਥੇ ਜਿਬਰਾਨ ਦੀਆਂ ਮੁੱਢਲੀਆਂ ਰਚਨਾਵਾਂ ਅਰਬੀ ਭਾਸ਼ਾ ਵਿੱਚ ਸਨ, ਉੱਥੇ 1918 ਤੋਂ ਬਾਅਦ ਪ੍ਰਕਾਸ਼ਿਤ ਉਸ ਦੀਆਂ ਸਾਰੀਆਂ ਕਿਰਤਾਂ ਅੰਗਰੇਜ਼ੀ ਵਿੱਚ ਸਨ। ਉਸ ਦੀ ਪਹਿਲੀ ਅੰਗਰੇਜ਼ੀ ਪੁਸਤਕ ਸੀ 1918 ਵਿੱਚ ਛਪੀ ਦਾ ਮੈਡਮੈਨ। ਇਹ ਬਾਈਬਲ ਦੀ ਅਗਵਾਈ ਹੇਠ ਕਾਵਿਮਈ ਵਾਰਤਕ ਸ਼ੈਲੀ ਵਿੱਚ ਲਿਖੀ ਉਕਰੀਆਂ ਤੇ ਦ੍ਰਿਸ਼ਟਾਂਤਾਂ ਦੀ ਇੱਕ ਪਤਲੇ ਆਕਾਰ ਦੀ ਪੁਸਤਕ ਹੈ। ਅਰਬੀ ਸਾਹਿਤ ਦੇ ਵੱਡੇ ਹਸਤਾਖਰ ਤੇ ਜਿਬਰਾਨ ਦੇ ਨਿਕਟਵਰਤੀ ਮਿੱਤਰ ਮਿਖਾਇਲ ਨਈਮੀ, ਜਿਸ ਦੀ ਸੰਤਾਨ ਨੂੰ ਜਿਬਰਾਨ ਨੇ ਆਪਣੀ ਸੰਤਾਨ ਮੰਨਿਆ ਸੀ, ਤੇ ਉਸ ਦੇ ਭਤੀਜੇ ਸਮੀਰ ਨੂੰ ਆਪਣਾ ਧਰਮਪੁੱਤਰ, ਨੇ ਜਿਬਰਾਨ ਦੀ ਬਹੁਤ ਹੀ ਖੂਬਸੂਰਤ ਜੀਵਨੀ ਲਿਖੀ ਹੈ। ਜਿਬਰਾਨ ਦੀਆਂ ਜ਼ਿਆਦਾਤਰ ਲਿਖਤਾਂ ਈਸਾਈਅਤ ਦੇ ਪ੍ਰਭਾਵ ਹੇਠ ਹਨ, ਖਾਸ ਕਰਕੇ ਇਸ਼ਕ ਹਕੀਕੀ ਦੇ ਵਿਸ਼ੇ ਤੇ। ਉਸ ਦੀ ਕਵਿਤਾ, ਜਿਵੇਂ ਆਪਣੇ ਰਵਾਇਤੀ ਭਾਸ਼ਾ ਤੇ ਸ਼ਬਦਾਵਲੀ
ਦੀ ਵਰਤੋਂ ਕਾਰਨ ਵਿਲੱਖਣ ਹੈ, ਉਵੇਂ ਹੀ ਜ਼ਿੰਦਗੀ ਦੇ ਵਿਭਿੰਨ ਪਹਿਲੂਆਂ ਤੇ ਅਧਿਆਤਮਕ ਨਜ਼ਰੀਏ ਦੀ ਅੰਤਰਦ੍ਰਿਸ਼ਟੀ ਪਾਉਣ ਕਾਰਨ ਵੀ ਵੱਡਮੁੱਲੀ ਹੈ। ਉਸ ਦੇ ਅੰਗਰੇਜ਼ੀ ਕਾਵਿ ਸੰਸਾਰ ਵਿੱਚੋਂ ਸਭ ਤੋਂ ਵੱਧ ਮਕਬੂਲ ਸੰਤਰਾਂ ਸੈਂਡ ਐਂਡ ਫੋਮ, ਜਿਹੜੀ ਕਿ 1926 ਵਿੱਚੋਂ ਹਨ, ਜੋ ਇਸ ਤਰ੍ਹਾਂ ਹਨ। ਜੋ ਮੈਂ ਕਹਿਣਾ ਉਸ ਦਾ ਅੱਧਾ ਅੰਸ਼ ਅਰਥਹੀਨ ਹੈ, ਪਰ ਮੈਂ ਇਸ ਨੂੰ ਇੱਦਾਂ ਕਹਿਣਾ ਕਿ ਦੂਜਾ ਅੱਧਾ ਅੰਸ਼ ਤੁਹਾਡੀ ਝੋਲੀ ਪੈ ਜਾਵੇ। ਜਿਬਰਾਨ ਨੇ ਆਪਣੀ ਭਾਸ਼ਾ ਨੂੰ ਸੀਰੀਆ ਦੇ ਕੌਮੀ ਭਾਸ਼ਾ ਵਜੋਂ ਅਪਣਾਉਣ ਦਾ ਤੇ ਇਸ ਨੂੰ ਸਕੂਲ ਪੱਧਰ 'ਤੇ ਲਾਗੂ ਕਰਨ ਦਾ ਸੱਦਾ ਵੀ ਦਿੱਤਾ। ਜਦੋਂ ਜਿਬਰਾਨ 1911-12 ਵਿੱਚ ਅਬਦੁਲ ਵਹਾਬ ਨੂੰ ਮਿਲਿਆ, ਜੋ ਕਿ ਅਮਨ ਸ਼ਾਂਤੀ ਦੀ ਸਥਾਪਤੀ ਹਿੱਤ ਸੰਯੁਕਤ ਰਾਜਾਂ ਦੀ ਯਾਤਰਾ 'ਤੇ ਸੀ, ਤਾਂ ਜਿਬਰਾਨ ਨੇ ਅਮਨ ਸ਼ਾਂਤੀ ਦੇ ਉਸ ਦੇ ਸਿਧਾਂਤਾਂ ਨੂੰ ਤਾਂ ਸਹਾਰਿਆ, ਪਰ ਨਾਲ ਹੀ ਇਹ ਵੀ ਦਲੀਲ ਦਿੱਤੀ ਕਿ ਛੋਟੇ ਮੁਲਕ ਸਮੇਤ ਉਸ ਦੀ ਆਪਣੀ ਜਨਮ ਭੋਏ ਦੇ ਤੁਰਕੀ ਆਦਿ ਕੰਟਰੋਲ ਤੋਂ ਮੁਕਤ ਹੋਣੇ ਚਾਹੀਦੇ ਹਨ। ਜਿਬਰਾਨ ਨੇ ਇਸੇ ਅਰਸੇ ਦੌਰਾਨ ਆਪਣੀ ਮਸ਼ਹੂਰ ਕਵਿਤਾ ਕੌਮ ਨੂੰ ਹਮਦਰਦੀ ਦਿਓ ਲਿਖੀ, ਜੋ ਕਿ ਬਾਅਦ ਵਿੱਚ ਪੈਗੰਬਰ ਦਾ ਬਗੀਚਾ ਵਿੱਚ ਪੁਸਤਕ ਵਿੱਚ ਛਪੀ। ਤੇ ਜਦੋਂ ਪਹਿਲੇ ਵਿਸ਼ਵ ਯੁੱਧ ਦੌਰਾਨ ਤੁਰਕਾਂ ਨੇ ਸੀਰੀਆ ਛੱਡਣਾ ਪਿਆ, ਤਾਂ ਜਿਬਰਾਨ ਦਾ ਚਾਹ-ਉਮਾ ਆਜ਼ਾਦ ਸੀਰੀਆ ਨਾਂ ਦੇ ਨਾਟਕ ਦੇ ਰੂਪ ਵਿੱਚ ਪ੍ਰਗਟ ਹੋਇਆ, ਜੋ ਕਿ ਖਰੜੇ ਵਜੋਂ ਅਜੇ ਵੀ ਉਸ ਦੀਆਂ ਹੱਥ ਲਿਖਤਾਂ ਵਿੱਚ ਸਾਂਭਿਆ ਪਿਆ ਹੈ, ਤੇ ਜਿਸ ਵਿੱਚ ਜਿਬਰਾਨ ਨੇ ਕੌਮੀ ਆਜ਼ਾਦੀ ਤੇ ਸਰਬਪੱਖੀ ਵਿਕਾਸ ਦੀ ਭਰਪੂਰ ਆਸ ਪ੍ਰਗਟਾਈ ਹੈ। ਜਿਬਰਾਨ ਦੀ ਮੌਤ ਮਹਿਜ਼ 48 ਸਾਲਾਂ ਦੀ ਉਮਰ ਵਿੱਚ 10 ਅਪ੍ਰੈਲ 1931 ਨੂੰ ਵਧੇਰੇ ਸ਼ਰਾਬ ਪੀਣ ਦੀ ਆਦਤ ਕਾਰਨ ਜਿਗਰ ਦੀ ਬਿਮਾਰੀ ਤੇ ਟੀਬੀ ਹੋਣ ਕਰਕੇ ਹੋਈ। ਆਪਣੀ ਮੌਤ ਤੋਂ ਪਹਿਲਾਂ ਜਿਬਰਾਨ ਨੇ ਆਪਣੀ ਰੀਝ ਪ੍ਰਗਟ ਕੀਤੀ ਸੀ ਕਿ ਉਸ ਨੂੰ ਲੈਬਨਾਨ ਵਿੱਚ ਦਫਨਾਇਆ ਜਾਵੇ। ਉਸ ਦੀ ਇਹ ਰੀਝ ਉਸ ਦੀ ਮੌਤ ਤੋਂ ਅਗਲੇ ਸਾਲ 1932 ਵਿੱਚ ਪੂਰੀ ਹੋ ਸਕੀ, ਜਦੋਂ ਉਸ ਦੀ ਮੌਤ ਮੈਰੀ ਐਲਿਜ਼ਾਬੈਥ ਹਾਸਕੋਲ ਤੇ ਛੋਟੀ ਭੈਣ ਮੈਰੀਆਨਾ ਨੇ ਲੈਬਨਾਨ ਵਿੱਚ ਇੱਕ ਮੱਠ ਖਰੀਦਿਆ, ਜੋ ਕਿ ਉਦੋਂ ਤੋਂ ਹੀ ਜਿਬਰਾਨ ਯਾਦਗਾਰੀ ਅਜਾਇਬ ਘਰ ਬਣ ਗਿਆ ਹੈ। ਜਿਬਰਾਨ ਦੀ ਕਬਰ 'ਤੇ ਉਕਰੇ ਬੋਲ ਹਨ, ਉਹ ਲਫ਼ਜ਼ ਜੋ ਮੈਂ ਆਪਣੀ ਕਬਰ 'ਤੇ ਉਕਰੇ ਵੇਖਣਾ ਲੋਚਦਾ ਉਹ ਹਨ, ਮੈਂ ਤੁਹਾਡੇ ਵਾਂਗ ਹੀ ਜਿੰਦਾ ਜਾਵੇਦ ਹਾਂ, ਤੇ ਮੈਂ ਤੁਹਾਡੇ ਲਾਗੇ ਹੀ ਆ ਕੇ ਖੜਾ ਹੋ ਰਿਹਾ। ਆਪਣੀਆਂ ਅੱਖਾਂ ਮਿਟੋ ਤੇ ਅੰਤਰ ਧਿਆਨ ਹੋ ਕੇ ਚੁਫੇਰੇ ਵੇਖੋ, ਤੁਸੀਂ ਮੈਨੂੰ ਆਪਣੇ ਸਨਮੁਖ ਵੇਖੋਗੇ। ਜਿਬਰਾਨ ਨੇ ਆਪਣੀ ਰੰਗਸ਼ਾਲਾ ਦੇ ਸਾਜੋ ਸਮਾਨ ਦੀ ਵਸੀਅਤ ਮੈਰੀ ਐਲਿਜ਼ਾਬੈਥ ਹਾਸਕੈਲ ਦੇ ਨਾਂ ਕੀਤੀ ਸੀ, ਜਿੱਥੇ ਮੈਰੀ ਨੂੰ ਜਿਬਰਾਨ ਦੇ ਨਾਂ ਲਿਖੇ ਆਪਣੇ ਖੱਤ ਮਿਲੇ। 23 ਸਾਲਾਂ ਦੀ ਦੋਸਤੀ ਦੌਰਾਨ ਲਿਖੇ, ਭਾਵੇਂ ਪਹਿਲਾਂ ਉਸ ਨੇ ਇਹਨਾਂ ਖੱਤਾਂ ਵਿਚਲੀ ਖੁੱਲ੍ਹ ਤੇ ਡੂੰਘਾਈ ਕਰਕੇ ਇਹਨਾਂ ਨੂੰ ਸਾੜਨ ਦਾ ਮਨ ਬਣਾ ਲਿਆ ਸੀ, ਪਰ ਇਹਨਾਂ ਦੀ ਇਤਿਹਾਸਕ ਮੁੱਲਵਾਨਤਾ ਦੇਖ ਕੇ ਉਸ ਨੇ ਇਹਨਾਂ ਨੂੰ ਸਾਂਭ ਲਿਆ। 1964 ਵਿੱਚ ਚੱਲ ਵਸਣ ਤੋਂ ਪਹਿਲਾਂ ਉਸ ਨੇ ਇਹਨਾਂ ਖੱਤਾਂ ਨੂੰ ਤੇ ਉਸ ਦੇ ਨਾਲ ਲਿਖੇ ਜਿਬਰਾਨ ਦੇ ਖੱਤਾਂ ਨੂੰ ਚੈਪਲ ਹਿਲ ਵਿਖੇ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਦੀ ਲਾਇਬ੍ਰੇਰੀ ਨੂੰ ਸੌਂਪ ਦਿੱਤਾ, ਜਿਨ੍ਹਾਂ ਵਿੱਚੋਂ ਲਗਭਗ 600 ਖੱਤ 1972 ਵਿੱਚੋਂ ਛਪੇ ਸੰਗ੍ਰਹਿ ਵੀ ਲਵਡ ਪ੍ਰੋਫਿਟ ਵਿੱਚ ਛਾਪੇ ਗਏ ਹਨ। ਇਸ ਦੇ ਨਾਲ ਹੀ ਮੈਰੀ ਐਲਿਜ਼ਾਬੈਥ ਹਾਸਕੈਲ, ਜਿਸ ਦਾ ਕਿ 1923 ਵਿੱਚ ਜੈਕਬ ਫਲੋਰੈਂਸ ਮਿਨਿਸ ਨਾਲ ਵਿਆਹ ਹੋ ਗਿਆ ਸੀ, ਨੇ 1950 ਵਿੱਚ ਜਿਬਰਾਨ ਦੀਆਂ ਲਗਭਗ 100 ਮੌਲਿਕ ਕਲਾਕ੍ਰਿਤੀਆਂ ਦਾ ਆਪਣਾ ਨਿੱਜੀ ਸੰਗ੍ਰਹਿ ਸਵਨਾ ਜਿਓਰਜੀਆ ਸਥਿਤ ਟੈਲਫੇਅਰ ਮਿਊਜ਼ੀਅਮ ਆਫ ਆਰਟ ਨੂੰ ਦਾਨ ਕਰ ਦਿੱਤਾ ਸੀ। ਉਕਤ ਮਿਊਜ਼ੀਅਮ ਨੂੰ ਭੇਂਟ ਕੀਤਾ ਜਿਬਰਾਨ ਦੀ ਦ੍ਰਿਸ਼ਟੀਗਤ ਕਲਾ ਵਿਜ਼ੂਅਲ ਆਰਟ ਦਾ ਇਹ ਸਭ ਤੋਂ ਵੱਡਾ ਜਨਤਕ ਸੰਗ੍ਰਹਿ ਹੈ, ਜਿਸ ਵਿੱਚ 5 ਤੇਲ ਦੀਆਂ ਤੇ ਅਣਗਿਣਤ ਕਾਗਜ਼ੀ ਕਲਾ ਦੀਆਂ ਪੇਸ਼ਕਾਰੀਆਂ ਕਾਵਿਮਈ ਸ਼ੈਲੀ ਵਿੱਚ ਸ਼ਾਮਲ ਹਨ, ਜੋ ਕਿ ਪ੍ਰਤੀਕਵਾਦ
ਦੇ ਪ੍ਰਭਾਵ ਨੂੰ ਦਰਸਾਉਂਦੀਆਂ ਹਨ। ਇਸ ਦੇ ਨਾਲ ਹੀ ਜਿਬਰਾਨ ਦੀਆਂ ਪੁਸਤਕਾਂ ਦੀ ਅਮਰੀਕਾ ਦੇ ਪ੍ਰਕਾਸ਼ਕ ਵੱਲੋਂ ਭਵਿੱਖ ਵਿੱਚ ਮਿਲਣ ਵਾਲੀ ਰਾਇਲਟੀ ਨੂੰ ਉਸ ਦੀ ਜਨਮ ਭੋਏ ਲੈਬਨਾਨ ਵਿੱਚ ਚੰਗੇ ਕੰਮਾਂ ਲਈ ਵਰਤਣ ਦੀ ਵਸੀਅਤ ਕੀਤੀ ਗਈ ਸੀ, ਜੋ ਕਿ ਕਈ ਸਾਲਾਂ ਤੱਕ ਪੈਸੇ ਵੰਡਣ ਦੇ ਮੁੱਦੇ 'ਤੇ ਵਿਵਾਦ ਤੇ ਉਪੱਦਰ ਦਾ ਸਬੱਬ ਬਣਦੀ ਰਹੀ ਤੇ ਆਖਿਰ ਲੈਬਨਾਨੀ ਸਰਕਾਰ ਇਸ ਪੂੰਜੀ ਦੀ ਨਿਗਰਾਨ ਬਣ ਗਈ। ਖਲੀਲ ਜਿਬਰਾਨ ਦੀ ਕਲਾਤਮਕ ਤੇ ਸਾਹਿਤਕ ਦੇਣ ਨੂੰ ਵੇਖਦੇ ਹੋਏ 1971 ਵਿੱਚ ਲੈਬਨਾਨ ਦੇ ਡਾਕ ਸੰਚਾਰ ਵਿਭਾਗ ਨੇ ਉਸ ਨੂੰ ਸਨਮਾਨ ਵਜੋਂ ਇੱਕ ਡਾਕ ਟਿਕਟ ਵੀ ਜਾਰੀ ਕੀਤੀ, ਜਦ ਕਿ ਜਿਬਰਾਨ ਦੇ ਨਾਂ 'ਤੇ ਲੈਬਨਾਨ ਦੇ ਵੰਸਰੀ ਸ਼ਹਿਰ ਵਿੱਚ ਯਾਦਗਾਰੀ ਮਿਊਜ਼ੀਅਮ, ਜੋ ਕਿ ਉਸ ਦੇ ਮੱਠ ਵਿੱਚ ਹੀ ਬਣਾਇਆ ਗਿਆ ਹੈ, ਅਤੇ ਬੇਰੁਤ ਸ਼ਹਿਰ ਵਿੱਚ ਇੱਕ ਯਾਦਗਾਰੀ ਬਾਗ ਦੀ ਸਥਾਪਿਤ ਹੈ। ਇਸ ਤ੍ਰਿਲੌਜੀ ਦੀ ਪਹਿਲੀ ਪੁਸਤਕ ਪੈਗੰਬਰ ਦਾ ਪੰਜਾਬੀ ਅਨੁਵਾਦ ਅੰਗਰੇਜ਼ੀ ਰਚਨਾ ਦ ਪ੍ਰੋਫਿਟ ਅਤੇ ਇਸ ਦੇ ਹਿੰਦੀ ਅਨੁਵਾਦ ਤੋਂ ਰਲਵੇਂ ਰੂਪ ਵਿੱਚ ਕੀਤਾ ਗਿਆ ਹੈ ਤੇ ਕਿਸੇ ਵੀ ਪ੍ਰਕਾਰ ਦੀ ਅਤਿਕਥਨੀ ਜਾਂ ਗਲਤ ਬਿਆਨੀ ਤੋਂ ਬਚਣ ਲਈ ਅੰਗਰੇਜ਼ੀ ਰਚਨਾ ਨੂੰ ਹੀ ਆਧਾਰ ਬਣਾਇਆ ਗਿਆ ਹੈ, ਜਦ ਕਿ ਇਸ ਤ੍ਰਿਲੌਜੀ ਦੀ ਦੂਸਰੀ ਤੇ ਤੀਸਰੀ ਪੁਸਤਕ ਦਾ ਅਨੁਵਾਦ ਸਿੱਧਾ ਅੰਗਰੇਜ਼ੀ ਤੋਂ ਹੀ ਕੀਤਾ ਗਿਆ ਹੈ। ਇਹਨਾਂ ਵਿੱਚੋਂ ਦੂਸਰੀ ਪੁਸਤਕ ਗਾਰਡਨ ਆਫ ਦਾ ਪ੍ਰੋਫੈਟ ਦਾ ਸੌਖਿਆਂ ਹੀ ਇੰਟਰਨੈਟ ਤੋਂ ਈ-ਬੁੱਕ ਦੇ ਰੂਪ ਵਿੱਚ ਮਿਲ ਗਈ ਸੀ, ਪਰ ਤੀਸਰੀ ਪੁਸਤਕ ਡੈਥ ਆਫ ਪ੍ਰੋਫੈਟ ਹਾਸਲ ਕਰਨ ਲਈ ਕਾਫੀ ਮੁਸ਼ੱਕਤ ਕਰਨੀ ਪਈ। ਇਹ ਪੁਸਤਕ ਅੰਗਰੇਜ਼ੀ, ਹਿੰਦੀ, ਪੰਜਾਬੀ ਜਾਂ ਹੋਰ ਕਿਸੇ ਵੀ ਭਾਰਤੀ ਭਾਸ਼ਾ ਵਿੱਚ ਭਾਰਤ ਵਿੱਚ ਨਾ ਛਪੀ ਹੋਣ ਕਾਰਨ ਕਿਧਰੇ ਵੀ ਉਪਲਬਧ ਨਾ ਹੋਈ। ਅਖੀਰ ਇਸ ਪੁਸਤਕ ਪ੍ਰਾਪਤ ਹੋਈ ਆਨਲਾਈਨ ਖਰੀਦਦਾਰੀ ਸੇਵਾਵਾਂ ਦੇਣ ਵਾਲੀ ਅਮਰੀਕੀ ਕੰਪਨੀ Amazon.com ਤੋਂ, ਜਿੱਥੋਂ ਮੇਰੇ ਲਈ ਖਾਸ ਤੌਰ 'ਤੇ ਮੰਗਵਾ ਕੇ ਇਹ ਪੁਸਤਕ ਮੇਰੇ ਵੀਰਾਂ ਵਰਗੇ ਸਾਧੂ ਸ਼੍ਰੀ ਵਿਨੀਤ ਸ਼ਰਮਾ ਤੇ ਭੈਣਾਂ ਵਰਗੀ ਸਾਲੀ ਮਨਪ੍ਰੀਤ ਲੋਪਾ ਨੇ ਆਸਟ੍ਰੇਲੀਆ ਤੋਂ ਮੇਰੇ ਪਹਿਲੇ ਹੀ ਬੋਲ 'ਤੇ ਉਚੇਚਿਆਂ ਭਿਜਵਾਈ। ਉਹਨਾਂ ਦੇ ਇਸ ਅਮੋਲਕ ਸਹਿਯੋਗ ਤੇ ਸੁਹਿਰਦਤਾ ਬਗੈਰ ਇਹ ਤ੍ਰਿਲੌਜੀ ਖਾਸ ਤੌਰ 'ਤੇ ਪੰਜਾਬੀ ਵਿੱਚ ਕਦੇ ਵੀ ਸੰਪੂਰਨ ਰੂਪ ਵਿੱਚ ਸਾਕਾਰ ਨਹੀਂ ਹੋ ਸਕਣੀ ਸੀ। ਉਹਨਾਂ ਦਾ ਜਿੰਨਾ ਵੀ ਸ਼ੁਕਰੀਆ ਅਦਾ ਕਰਾਂ ਘੱਟ ਹੋਵੇਗਾ। ਇਸ ਤ੍ਰਿਲੌਜੀ ਦੇ ਅਨੁਵਾਦ ਕਾਰਜ ਵਿੱਚ ਮੇਰੀ ਇਹ ਨਿਮਾਣੀ ਜਿਹੀ ਕੋਸ਼ਿਸ਼ ਕਿੰਨੀ ਕੁ ਸਫਲ ਹੋਈ ਹੈ, ਇਹ ਤਾਂ ਪਾਠਕ ਤੇ ਚਿੱਤਰਕ ਹੀ ਦੱਸ ਸਕਦੇ ਹਨ, ਪਰ ਮੈਂ ਆਪਣੇ ਵੱਲੋਂ ਇਸ ਪੁਸਤਕ ਦੇ ਅਨੁਵਾਦ ਨੂੰ ਜੋ ਵਿਲੱਖਣਤਾ ਦੇਣ ਦਾ ਤੁੱਛ ਜਿਹਾ ਉਪਰਾਲਾ ਕੀਤਾ ਹੈ, ਉਸ ਦੇ ਤਹਿਤ ਮੈਂ ਇਸ ਤ੍ਰਿਲੌਜੀ ਦੀ ਪਹਿਲੀ ਪੁਸਤਕ ਪੈਗੰਬਰ ਵਿੱਚ ਉਸ ਕਥਨ 'ਤੇ ਜਿੱਥੇ ਉਹਨਾਂ ਵਿੱਚ ਵਿਚਾਰਧਾਰਕ ਸਾਂਝ ਬਣੀ ਹੈ, ਗੁਰਬਾਣੀ, ਸੂਫੀਆਨਾ ਕਲਾਮ, ਭਗਤ ਕਵੀ, ਉਰਦੂ ਸ਼ਾਇਰੀ, ਆਧੁਨਿਕ ਪੰਜਾਬੀ ਕਵੀ ਤੇ ਅੰਗਰੇਜ਼ੀ ਸਾਹਿਤ ਵਿੱਚੋਂ ਹਵਾਲੇ ਦੇਣ ਦਾ ਯਤਨ ਕੀਤਾ ਹੈ। ਅਨੁਵਾਦ ਜਾਂ ਦਿੱਤੇ ਹਵਾਲਿਆਂ ਵਿੱਚ ਰਹੀਆਂ ਉਕਾਈਆਂ ਲਈ ਮੈਂ ਖੁਦ ਨੂੰ ਹੀ ਜ਼ਿੰਮੇਦਾਰ ਮੰਨਦਾ ਹਾਂ, ਜਦ ਕਿ ਇਸ ਅਨੁਵਾਦ ਦੀ ਕਿਸੇ ਵੀ ਪ੍ਰਾਪਤੀ ਨੂੰ ਮੈਂ ਰੱਬੀ ਦਾਤ ਮੰਨ ਕੇ ਉਸ ਦਾ ਸ਼ੁਕਰਾਨਾ ਕਰਦਾ ਹਾਂ। ਅਖੀਰ ਵਿੱਚ ਸੰਗਮ ਪਬਲੀਕੇਸ਼ਨ ਸਨਮਾਨਾਂ ਦੇ ਸ਼੍ਰੀ ਅਸ਼ੋਕ ਕੁਮਾਰ ਗਰਗ ਜੀ ਦੀ ਵੀ ਮੈਂ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਇਸ ਅਮੋਲਕ ਰਚਨਾ ਦੇ ਪੰਜਾਬੀ ਅਨੁਵਾਦ ਨੂੰ ਪੰਜਾਬੀ ਪਾਠਕਾਂ ਤੱਕ ਪਹੁੰਚਾਇਆ ਤੇ ਅਨੁਵਾਦ ਦੀ ਵੱਡੀ ਜ਼ਿੰਮੇਵਾਰੀ ਸੌਂਪ ਕੇ ਮੈਨੂੰ ਵੀ ਮਾਣ ਦਾ ਹੱਕਦਾਰ ਬਣਾਇਆ। ਜਸਪ੍ਰੀਤ ਸਿੰਘ ਜਗਰਾ। ਪੁਸਤਕ ਪੈਗੰਬਰ ਦਾ ਪਹਿਲਾ ਲੇਖ ਸਮੁੰਦਰੀ ਜਹਾਜ਼ ਦਾ ਅੱਪੜਨਾ। ਅਲ ਮੁਸਤਫਾ ਖੁਦਾ ਦਾ ਇੱਕ ਚੁਣਿੰਦਾ ਤੇ ਅਜ਼ੀਜ਼ ਇਨਸਾਨ, ਜੋ ਆਪਣੇ ਦਿਨਾਂ ਵਿੱਚ ਇੱਕ ਪਹੁ ਫੁਟਾਲੇ ਦੀ ਤੁਲ ਸੀ। ਉਹ ਉਲਫੈਲਿਸ ਸ਼ਹਿਰ ਵਿੱਚ 12 ਵਰ੍ਹੇ ਉਸ ਜਹਾਜ਼ ਨੂੰ ਉਡੀਕਦਾ ਰਿਹਾ ਜੋ ਉਸ ਨੂੰ ਵਾਪਸ ਲੈ ਜਾਣ ਵਾਲਾ ਸੀ, ਉਸ ਦੀ ਜਨਮ ਭੋਏ ਵਾਲੇ ਟਾਪੂ 'ਤੇ ਫਿਰ 12 ਵਰ੍ਹੇ ਜਦੋਂ ਉਸ ਨੇ ਇਲੂਲ ਮਹੀਨੇ, ਵਾਢੀ ਦਾ ਮਹੀਨਾ, ਤੇ 7ਵੇਂ ਦਿਨ ਉਸ ਨੇ ਪਹਾੜ ਦੀ ਟੀਸੀ 'ਤੇ ਚੜ੍ਹ ਕੇ ਸਮੁੰਦਰ ਵੱਲ ਵੇਖਿਆ ਤਾਂ ਉਸ ਨੇ ਕੋਰਹੇ ਵਿਚਕਾਰ ਆਪਣਾ ਜਹਾਜ਼ ਆਉਂਦਾ ਡਿੱਠਾ। ਉਦੋਂ ਉਸ ਦੇ ਦਿਲ ਦੇ ਸਾਰੇ ਬੰਦ ਕਪਾਟ ਖੁੱਲ੍ਹ ਗਏ ਤੇ ਉਸ ਦੀ ਸਾਰੀ ਖੁਸ਼ੀ ਸਮੁੰਦਰ ਵੱਲ ਵਹਿ ਤੁਰੀ।
ਤੇ ਫਿਰ ਉਸਨੇ ਆਪਣੀਆਂ ਅੱਖਾਂ ਮਿਟ ਕੇ ਆਪਣੀ ਸ਼ਾਂਤ ਆਤਮਾ ਅੱਗੇ ਅਰਜ਼ੋਈ ਕੀਤੀ। ਪਰ ਜਿਵੇਂ ਹੀ ਉਹ ਪਹਾੜ ਤੋਂ ਹੇਠਾਂ ਉਤਰਿਆ, ਇੱਕ ਉਦਾਸੀ ਨੇ ਉਸ ਨੂੰ ਆ ਕੇ ਘੇਰਿਆ ਤੇ ਉਹ ਸੋਚਣ ਲੱਗਾ, ਬਿਨਾਂ ਕੋਈ ਦੁੱਖ ਹੰਢਾਏ, ਬਿਲਕੁਲ ਸ਼ਾਂਤ ਮਨ ਨਾਲ ਮੈਂ ਕਿਵੇਂ ਜਾਵਾਂਗਾ? ਨਹੀਂ, ਮੈਂ ਆਪਣੀ ਆਤਮਾ ਨੂੰ ਵਲੂੰਧਰੇ ਬਿਨਾਂ ਇਸ ਸ਼ਹਿਰ ਨੂੰ ਨਹੀਂ ਛੱਡ ਸਕਾਂਗਾ। ਇਸ ਸ਼ਹਿਰ ਦੀ ਚਾਰ ਦੀਵਾਰੀ ਵਿੱਚ ਕੱਟੇ ਦੁੱਖ ਭਰੇ ਦਿਨ ਮੈਨੂੰ ਬਹੁਤ ਲੰਮੇਰੇ ਸਨ ਤੇ ਨਾਲ ਹੀ ਲੰਮੇਰੀਆਂ ਸਨ ਉਹ ਇਕਾਂਤ ਭਰੀਆਂ ਰਾਤਾਂ ਜੋ ਮੈਂ ਇਕਲਾਪੇ ਵਿੱਚ ਲੰਘਾਈਆਂ। ਤੇ ਇਸ ਪੀੜ ਤੇ ਇਕਲਾਪੇ ਨੂੰ ਬਿਨਾਂ ਪਛਤਾਵਾ ਕੀਤਿਆਂ ਭਲਾ ਕੋਈ ਸੌਖਿਆਂ ਹੀ ਕਿਵੇਂ ਆਪਣੇ ਤੋਂ ਵੱਖ ਕਰ ਸਕਦਾ ਹੈ? ਮੇਰੀ ਆਤਮਾ ਦੇ ਨਿੱਕੇ ਨਿੱਕੇ ਟੋਟੇ ਇਹਨਾਂ ਗਲੀਆਂ ਵਿੱਚ ਖਿਲਰੇ ਪਏ ਨੇ ਤੇ ਲੱਗਦੇ ਨੇ ਕਿ ਜਿਵੇਂ ਮੇਰੀਆਂ ਸਦਰਾਂ ਦੇ ਬੱਚੇ ਇਹਨਾਂ ਪਹਾੜੀਆਂ ਵਿੱਚ ਨੰਗ ਮਨੰਗੇ ਘੁੰਮ ਰਹੇ ਨੇ ਤੇ ਮੈਂ ਬਿਨਾਂ ਕੋਈ ਪੀੜ ਤੋਂ ਬੋਝ ਮਹਿਸੂਸ ਕੀਤਿਆਂ ਉਹਨਾਂ ਤੋਂ ਖਹਿੜਾ ਨਹੀਂ ਛੁਡਾ ਸਕਦਾ। ਇਹ ਕੋਈ ਲਿਬਾਸ ਨਹੀਂ ਜੋ ਮੈਂ ਅੱਜ ਲਾ ਕੇ ਸੁੱਟ ਰਿਹਾ, ਸਗੋਂ ਇਹ ਤਾਂ ਮੇਰਾ ਨੌ ਮਾਸ ਹੈ ਜੋ ਮੈਂ ਆਪਣੇ ਹੱਥੀਂ ਤੋੜ ਰਿਹਾ ਹਾਂ। ਇਹ ਨਾ ਕੋਈ ਫਰਨਾ ਜਾਂ ਖਿਆਲ ਹੈ, ਸਗੋਂ ਇਹ ਤਾਂ ਮੇਰਾ ਦਿਲ ਹੈ ਜਿਸ ਨੂੰ ਮੈਂ ਪਿੱਛੇ ਛੱਡ ਕੇ ਜਾ ਰਿਹਾ। ਉਹ ਵੀ ਅਜਿਹਾ ਦਿਲ ਜਿਸ ਨੂੰ ਭੁੱਖ ਤੇ ਬਹੁਤ ਹੀ ਮਿੱਠਤਾ ਭਰਿਆ ਬਣਾ ਦਿੱਤਾ ਸੀ। ਫਿਰ ਵੀ ਮੈਂ ਇੱਥੇ ਹੋਰ ਨਹੀਂ ਰੁਕ ਸਕਦਾ। ਉਹ ਸਮੁੰਦਰ ਜੋ ਸਾਰਿਆਂ ਨੂੰ ਆਵਾਜ਼ਾਂ ਮਾਰਦਾ ਮੈਨੂੰ ਵੀ ਸੱਦ ਰਿਹਾ ਹੈ ਤੇ ਮੈਨੂੰ ਵੀ ਜਾਣਾ ਹੀ ਪੈਣਾ ਹੈ, ਕਿਉਂਕਿ ਮੇਰੇ ਲਈ ਇੱਥੇ ਹੋਰ ਰੁਕਣਾ ਬਰਫ਼ ਦੀ ਤਰ੍ਹਾਂ ਜੰਮ ਜਾਣਾ ਜਾਂ ਇੱਕ ਸਾਂਚੇ ਵਿੱਚ ਢਲ ਜਾਣ ਦੇ ਬਰਾਬਰ ਹੋਵੇਗਾ। ਹਾਲਾਂਕਿ ਸਮਾਂ ਤਾਂ ਬੀਤ ਹੀ ਜਾਏਗਾ। ਇੱਥੇ ਜੋ ਕੁਝ ਵੀ ਹੈ ਸਾਰਾ ਕੁਝ ਆਪਣੇ ਨਾਲ ਲਿਜਾਣ ਲਈ ਤਿਆਰ ਹਾਂ, ਪਰ ਮੈਂ ਇਹ ਸਾਰਾ ਕੁਝ ਕਿਵੇਂ ਲਿਆ ਸਕਦਾ ਹਾਂ ਭਲਾ? ਕੋਈ ਆਵਾਜ਼ ਉਸ ਜ਼ੁਬਾਨ ਤੇ ਉਹਨਾਂ ਬੁੱਲ੍ਹਾਂ ਨੂੰ ਆਪਣੇ ਨਾਲ ਉਡਾ ਕੇ ਨਹੀਂ ਲਿਜਾ ਸਕਦੀ ਜਿਨ੍ਹਾਂ ਨੇ ਉਸ ਨੂੰ ਪਰਵਾਜ਼ ਬਖਸ਼ੀ ਹੈ। ਉਸ ਨੂੰ ਇਕੱਲਿਆਂ ਹੀ ਅੰਬਰ ਵਿੱਚ ਉੱਡਣਾ ਪਏਗਾ ਤੇ ਇਕੱਲਿਆਂ ਹੀ ਤਾਂ ਔਕਾਬ ਨੂੰ ਵੀ ਆਪਣਾ ਆਲ੍ਹਣਾ ਨੂੰ ਛੱਡ ਕੇ ਸੂਰਜ ਵੱਲ ਉਡਾਰੀ ਮਾਰਨੀ ਪਵੇਗੀ। ਤੇ ਹੁਣ ਜਦ ਉਹ ਧੂੜ ਪਹਾੜ ਤੋਂ ਹੇਠਾਂ ਉਤਰ ਚੁੱਕਾ ਸੀ, ਉਸ ਨੇ ਫੇਰ ਸਮੁੰਦਰ ਵੱਲ ਤੱਕਿਆ ਤੇ ਉਸ ਨੂੰ ਜਹਾਜ਼ ਬੰਦਰਗਾਹ ਵੱਲ ਆਉਂਦਾ ਦਿਸਿਆ, ਜਿਸ ਦੇ ਮੁਹਾਨੇ ਵਿੱਚ ਮਲਾਹ ਜੋ ਕਿ ਉਸ ਦੇ ਆਪਣੇ ਹੀ ਮੁਲਕ ਦੇ ਲੋਕ ਸਨ ਬੈਠੇ ਹੋਏ ਸਨ। ਉਹਨਾਂ ਨੂੰ ਵੇਖ ਕੇ ਉਸ ਦੀ ਆਤਮਾ ਪੁਕਾਰ ਉੱਠੀ ਤੇ ਉਹ ਬੋਲਿਆ, ਉਹ ਮੇਰੇ ਪੁਰਾਤਨ ਜਨਮ ਭੋਏ ਦੇ ਸਪੁੱਤਰੋ, ਉਹ ਸਮੁੰਦਰ ਦੀਆਂ ਲਹਿਰਾਂ ਤੇ ਚੜ੍ਹਨ ਵਾਲਿਓ, ਕਿੰਨੀ ਹੀ ਵਾਰੀ ਤੁਸੀਂ ਲੋਕਾਂ ਨੇ ਮੇਰੇ ਸੁਪਨਿਆਂ ਵਿੱਚ ਚਰਨ ਪਾਏ ਹਨ ਤੇ ਅੱਜ ਤੁਸੀਂ ਲੋਕ ਸੱਚਮੁੱਚ ਹੀ ਆਏ ਹੋ। ਅੱਜ ਜਦੋਂ ਕਿ ਮੈਂ ਜਾਗਰੂਕ ਹੋਇਆ ਹਾਂ, ਜੋ ਕਿ ਮੇਰਾ ਹੋਰ ਵੀ ਜ਼ਿਆਦਾ ਡੂੰਘਾ ਸੁਪਨਾ ਹੈ, ਮੈਂ ਚੱਲਣ ਨੂੰ ਤਿਆਰ ਹਾਂ। ਮੈਂ ਬੇਸਬਰੀ ਨਾਲ ਇਸ ਪਰਿਵਾਰ ਨੂੰ ਹੱਥ 'ਚ ਲੈ ਕੇ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੋ ਕੇ ਹਵਾ ਦੇ ਰੁੱਖ ਦੇ ਅਨੁਕੂਲ ਹੋ ਜਾਣ ਦੀ ਉਡੀਕ ਵਿੱਚ ਹਾਂ। ਪਰਿਵਾਰ ਮਤਲਬ ਕਿ ਜਹਾਜ਼ ਜਾਂ ਬੇੜੀ ਦੇ ਪਿਛਲੇ ਹਿੱਸੇ ਵਿੱਚ ਲੱਗੇ ਚੱਕਰ ਜਾਂ ਤਿਕੋਣੇ ਨੁਮਾ ਯੰਤਰ ਜਿਸ ਨਾਲ ਜਹਾਜ਼ ਦਾ ਰੁੱਖ ਬਦਲਿਆ ਜਾਂਦਾ ਹੈ ਨੂੰ ਪਤਵਾਰ ਕਿਹਾ ਜਾਂਦਾ ਹੈ। ਬਸ ਮੈਂ ਇੱਕ ਹੋਰ ਡੂੰਘਾ ਸਾਹ ਇੱਥੋਂ ਦੀ ਆਬੋ ਹਵਾ ਵਿੱਚ ਲਵਾਂਗਾ। ਬਸ ਇੱਕ ਹੋਰ ਮੋਹ ਭਿੰਨੀ ਤੱਕਣੀ ਨਾਲ ਮੈਂ ਆਪਣੇ ਪਿੱਛੇ ਮੁੜ ਕੇ ਵੇਖਾਂਗਾ ਤੇ ਫਿਰ ਮੈਂ ਵੀ ਤੁਹਾਡੇ ਸਭ ਦੇ ਵਿਚਕਾਰ ਆ ਜਾਵਾਂਗਾ, ਬਿਲਕੁਲ ਇੱਕ ਸਮੁੰਦਰੀ ਯਾਤਰੀ ਦੀ ਤਰ੍ਹਾਂ ਹਾਂ ਤੁਹਾਡੇ ਸਭਨਾਂ ਸਮੁੰਦਰੀ ਯਾਤਰੀਆਂ ਵਿਚਕਾਰ। ਤੇ ਹੇ ਅਥਾਹ ਸਮੁੰਦਰ, ਸਾਡੀ ਬੇਨਿੰਦਰੀ ਮਾਂ, ਤੂੰ ਨਦੀਆਂ ਦਰਿਆਵਾਂ ਨੂੰ ਸ਼ਾਂਤ ਤੇ ਮੁਕਤ ਕਰਦੀ ਹੈ। ਬਸ ਮੈਂ ਝਰਨਾ ਵੀ ਇੱਕ ਵਾਰ ਹੋਰ ਘੁਮਾਂਗਾ, ਬਸ ਇੱਕ ਵਾਰ ਹੋਰ ਸ਼ੋਰ ਕਰਾਂਗਾ ਤੇ ਤੇਰੇ ਵਿੱਚ ਹਮੇਸ਼ਾ ਲਈ ਸ਼ਾਂਤ ਹੋ ਜਾਵਾਂਗਾ। ਤੇ ਫਿਰ ਮੈਂ ਤੇਰੇ ਕੋਲ ਆਵਾਂਗਾ ਤੇ ਤੇਰੇ
ਅੰਦਰ ਸਮਾ ਜਾਵਾਂਗਾ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਅਸੀਮ ਬੂੰਦ ਇੱਕ ਅਸੀਮ ਸਾਗਰ ਵਿੱਚ ਸਮਾ ਜਾਂਦੀ ਹੈ। ਤੇ ਜਿਵੇਂ ਜਿਵੇਂ ਉਹ ਅੱਗੇ ਵਧਿਆ, ਉਸਨੇ ਦੂਰੋਂ ਤੀਵੀਆਂ ਤੇ ਮਰਦਾਂ ਨੂੰ ਆਪਣੇ ਖੇਤਾਂ ਤੇ ਅੰਗੂਰਾਂ ਦੇ ਬਾਗਾਂ ਵਿੱਚ ਸ਼ਹਿਰ ਵੱਲ ਤੇਜ਼ੀ ਨਾਲ ਆਉਂਦੇ ਤੱਕਿਆ। ਫਿਰ ਉਸਨੇ ਉਸ ਦਾ ਨਾਂ ਲੈਂਦਿਆਂ ਆਵਾਜ਼ਾਂ ਸੁਣੀਆਂ। ਉਹ ਲੋਕ ਉਸ ਦਾ ਨਾਂ ਲੈਂਦੇ ਹੋਏ ਖੇਤ ਦਰ ਖੇਤ ਇੱਕ ਦੂਜੇ ਨੂੰ ਜਹਾਜ਼ ਦੇ ਆਉਣ ਦੀ ਖਬਰ ਦੇ ਰਹੇ ਸਨ। ਉਦੋਂ ਉਸਨੇ ਸੋਚਿਆ ਕਿ ਵਿਛੋੜੇ ਦਾ ਦਿਨ ਹੀ ਉਹਨਾਂ ਦੇ ਮਿਲਾਪ ਦਾ ਦਿਨ ਹੋ ਨਿਬੜਿਆ। ਤੇ ਕੀ ਆਖਿਆ ਜਾਏਗਾ ਕਿ ਮੇਰੀ ਜ਼ਿੰਦਗੀ ਦੀ ਸ਼ਾਮ ਹੀ ਅਸਲ ਮੇਰੀ ਜ਼ਿੰਦਗੀ ਦੀ ਸਵੇਰ ਸੀ। ਤੇ ਮੈਂ ਭਲਾ ਉਸ ਹਾਲੀ ਨੂੰ ਕੀ ਦੇ ਸਕਾਂਗਾ ਜੋ ਆਪਣੇ ਹਲ ਨੂੰ ਸਿਆੜਾ ਤੇ ਅੱਧ ਵਿਚਕਾਰ ਹੀ ਛੱਡ ਆਇਆ ਹੈ, ਜਾਂ ਫਿਰ ਉਸ ਕਾਮੇ ਨੂੰ ਜੋ ਅੰਗੂਰ ਪੀੜਨ ਦੀ ਕੁਲਾੜੀ ਦੀ ਚੱਕਰ ਨੂੰ ਵਿੱਚੋਂ ਹੀ ਰੋਕ ਕੇ ਆਇਆ ਹੈ। ਕੀ ਮੇਰਾ ਦਿਲ ਉਸ ਰੁੱਖ ਦੀ ਤਰ੍ਹਾਂ ਬਣ ਸਕੇਗਾ ਜੋ ਫਲਾਂ ਨਾਲ ਲੱਦਿਆ ਹੋਇਆ ਹੈ, ਜਿਸ ਦੇ ਫਲਾਂ ਨੂੰ ਤੋੜ ਕੇ ਮੈਂ ਉਹਨਾਂ ਸਭਨਾਂ ਲੋਕਾਂ ਨੂੰ ਦੇ ਦੇਵਾਂ? ਕੀ ਮੇਰੀਆਂ ਸਦਰਾਂ ਇੱਕ ਝਰਨੇ ਦੀ ਤਰ੍ਹਾਂ ਵਹਿ ਤੁਰਨਗੀਆਂ, ਜਿਨ੍ਹਾਂ ਨਾਲ ਮੈਂ ਉਹਨਾਂ ਦੇ ਖਾਲੀ ਪਿਆਲਿਆਂ ਨੂੰ ਭਰ ਦੇਵਾਂ? ਕੀ ਮੈਂ ਕੋਈ ਰਬਾਬ ਹਾਂ ਜਿਸ ਨੂੰ ਰੱਬ ਦੇ ਹੱਥਾਂ ਦੀ ਛੋਹ ਟੁਨਕਾਰੇ, ਜਾਂ ਫਿਰ ਮੈਂ ਕੋਈ ਵੰਜਲੀ ਹਾਂ ਜਿਸ ਵਿੱਚ ਰੱਬ ਦੇ ਸਾਫ਼ ਫੂਕ ਬਣ ਕੇ ਘੁਲਣ? ਮੈਂ ਹਮੇਸ਼ਾ ਹੀ ਸ਼ਾਂਤੀ ਦਾ ਇਛੁਕ ਰਿਹਾ ਹਾਂ, ਤੇ ਮੈਂ ਇਸ ਸ਼ਾਂਤੀ ਵਿੱਚੋਂ ਕਿਹੜਾ ਅਜਿਹਾ ਅਮੋਲਕ ਖਜ਼ਾਨਾ ਹਾਸਲ ਕਰ ਲਿਆ ਹੈ ਜਿਸ ਨੂੰ ਮੈਂ ਪੂਰੇ ਭਰੋਸੇ ਨਾਲ ਇਹਨਾਂ ਸਭਨਾਂ ਦੇ ਸਪੁਰਦ ਕਰ ਸਕਦਾ ਹਾਂ। ਜੇ ਅੱਜ ਦਾ ਦਿਨ ਹੀ ਮੇਰੇ ਲਈ ਫਲ ਪ੍ਰਾਪਤੀ ਦਾ ਦਿਨ ਹੈ, ਤਾਂ ਪਤਾ ਨਹੀਂ ਕਿਹੜੇ ਖੇਤਾਂ ਵਿੱਚ ਤੇ ਕਿਹੜੇ ਬੇਮਾਲੂਮ ਮੌਸਮਾਂ ਵਿੱਚ ਮੈਂ ਇਸ ਦਾ ਬੀਜ ਬੀਜਿਆ ਸੀ। ਜੇ ਅਸਲ ਵਿੱਚ ਇਹੀ ਉਹ ਪਲ ਹੈ ਜਦੋਂ ਮੈਂ ਆਪਣੇ ਲਾਲਟਨ ਚੁੱਕਣੀ ਹੈ, ਤਾਂ ਇਸ ਵਿੱਚ ਬਾਲਣ ਵਾਲੀ ਲੋ ਮੇਰੀ ਨਹੀਂ ਹੈ। ਮੈਂ ਇਸ ਖਾਲੀ ਤੇ ਬੁਝੀ ਹੋਈ ਲਾਲਟਨ ਨੂੰ ਹੀ ਉੱਪਰ ਚੁੱਕਾਂਗਾ, ਤੇ ਉਹ ਜੋ ਰਾਤ ਦਾ ਸਰਪ੍ਰਸਤ ਉਹੀ ਇਸ ਵਿੱਚ ਤੇਲ ਪਾਏਗਾ ਤੇ ਇਸ ਨੂੰ ਰੋਸ਼ਨ ਕਰੇਗਾ। ਇਹ ਸਭ ਗੱਲਾਂ ਉਸਨੇ ਸਾਫ਼ ਸ਼ਬਦਾਂ ਵਿੱਚ ਆਖੀਆਂ। ਫਿਰ ਵੀ ਉਸ ਦੇ ਦਿਲ ਵਿੱਚ ਕਾਫੀ ਗੱਲਾਂ ਅਟਕੀਆਂ ਰਹੀਆਂ ਸਨ, ਕਿਉਂਕਿ ਉਹ ਖੁਦ ਨੂੰ ਆਪਣੇ ਦਿਲ ਦੀ ਡੂੰਘੇ ਭੇਦ ਨੂੰ ਖੋਲ੍ਹ ਨਹੀਂ ਸਕਿਆ। ਤੇ ਜਦੋਂ ਉਸਨੇ ਸ਼ਹਿਰ ਵਿੱਚ ਪੈਰ ਪਾਇਆ ਤਾਂ ਸਾਰੇ ਲੋਕ ਉਸ ਨੂੰ ਮਿਲਣ ਆਏ, ਤੇ ਸਾਰੇ ਜਿਵੇਂ ਉਸ ਨੂੰ ਇੱਕੋ ਹੀ ਆਵਾਜ਼ ਵਿੱਚ ਸੰਬੋਧਿਤ ਹੋਣ ਲੱਗੇ। ਤੇ ਸ਼ਹਿਰ ਦੇ ਸਾਰੇ ਬਜ਼ੁਰਗ ਉਸ ਦੇ ਸਾਹਮਣੇ ਖਲੋ ਗਏ ਤੇ ਆਖਣ ਲੱਗੇ, ਹੁਣ ਸਾਡੇ ਤੋਂ ਦੂਰ ਨਾ ਜਾ। ਤੂੰ ਸਾਡੀ ਜ਼ਿੰਦਗੀ ਦੀ ਸ਼ਾਮ ਦੇ ਧੁੰਦਲਕੇ ਵਿੱਚ ਸਵੇਰ ਦੇ ਸੂਰਜ ਦਾ ਉਜਾਲਾ ਬਣ ਕੇ ਰਿਹਾ ਹੈ, ਤੇ ਤੇਰੇ ਜੋਬਨ ਨੇ ਸਾਨੂੰ ਸੁਪਨੇ ਦਿਖਾਏ ਹਨ। ਸਾਡੇ ਵਿਚਕਾਰ ਤੂੰ ਨਾ ਤਾਂ ਕੋਈ ਬੇਗਾਨਾ ਹੈ, ਨਾ ਹੀ ਕੋਈ ਪ੍ਰਾਹੁਣਾ, ਸਗੋਂ ਤੂੰ ਸਾਡਾ ਹੀ ਪੁੱਤਰ ਹੈ ਤੇ ਸਾਨੂੰ ਬਹੁਤ ਹੀ ਅਜ਼ੀਜ਼ ਹੈ। ਸਾਨੂੰ ਆਪਣਾ ਮੁਖੜਾ ਵੇਖਣ ਲਈ ਹੋਰ ਨਾ ਤਰਸਾ। ਤੇ ਸਾਰੇ ਪੁਜਾਰੀ ਤੇ ਪੁਜਾਰਨਾਂ ਉਸ ਨੂੰ ਕਹਿਣ ਲੱਗੀਆਂ, ਇਹਨਾਂ ਸਮੁੰਦਰੀ ਲਹਿਰਾਂ ਨੂੰ ਹੁਣ ਸਾਨੂੰ ਵਿਛੋੜਨ ਨਾ ਦੇ, ਤੇ ਉਹ ਜੋ ਇੰਨੇ ਵਰ੍ਹੇ ਤੂੰ ਸਾਡੇ ਨਾਲ ਗੁਜ਼ਾਰੇ, ਉਹਨਾਂ ਨੂੰ ਸਿਰਫ ਇੱਕ ਯਾਦ ਮਾਤਰ ਨਾ ਬਣਨ ਦੇ। ਤੂੰ ਸਾਡੇ ਵਿਚਕਾਰ ਇੱਕ ਪਵਿੱਤਰ ਆਤਮਾ ਦੀ ਤਰ੍ਹਾਂ ਵਿਚਰਦਾ ਰਿਹਾ, ਤੇ ਤੇਰਾ ਪਰਛਾਵਾਂ ਸਾਡੇ ਚਿਹਰਿਆਂ ਤੇ ਚਾਨਣ ਦੀ ਤਰ੍ਹਾਂ ਪੈਂਦਾ ਰਹੇ। ਅਸੀਂ ਤੈਨੂੰ ਬਹੁਤ ਪਿਆਰ ਕੀਤਾ ਹੈ, ਪਰ ਸਾਡਾ ਪਿਆਰ ਮੂਕ ਸੀ ਤੇ ਕਈਆਂ ਪਰਦਿਆਂ ਨਾਲ ਕੰਜਿਆ ਹੋਇਆ ਸੀ। ਪਰ ਹੁਣ ਇਹ ਪਿਆਰ ਤੈਨੂੰ ਸੰਬੋਧਿਤ ਹੈ ਤੇ ਤੇਰੇ ਸਾਹਮਣੇ ਪ੍ਰਗਟ ਹੋ ਗਿਆ ਹੈ। ਤੇ ਇਹ ਤਾਂ ਇੱਕ ਪ੍ਰਤੱਖ ਸੱਚ ਹੈ ਕਿ ਜਦ ਤੱਕ ਵਿਛੋੜੇ ਦੀ ਘੜੀ ਨਾ ਆਵੇ, ਪਿਆਰ ਨੂੰ ਖੁਦ ਆਪਣੀ ਡੂੰਘਾਈ ਦਾ ਅਹਿਸਾਸ ਨਹੀਂ ਹੁੰਦਾ। ਤੇ ਫਿਰ ਕਈ ਹੋਰ ਲੋਕਾਂ ਨੇ ਵੀ ਉਸ ਦੇ ਸਾਹਮਣੇ ਆ ਕੇ ਉਸ ਅੱਗੇ ਪਤਾ ਨਹੀਂ ਕਿੰਨੀਆਂ ਅਰਜ਼ੋਈਆਂ ਕੀਤੀਆਂ, ਪਰ ਉਸ ਨੇ ਕਿਸੇ ਨੂੰ ਕੋਈ ਹੁੰਗਾਰਾ ਨਹੀਂ ਭਰਿਆ, ਸਿਰਫ ਨੀਵੀਂ ਪਾਈ ਖੜਾ ਰਿਹਾ। ਤੇ ਲੋਕ ਉਸ ਦੇ ਲਾਗੇ ਖੜੇ ਸਨ। ਉਹ ਵੇਖ ਰਹੇ ਸਨ ਕਿ ਹੰਝੂ ਟਪਕ ਟਪਕ ਕੇ ਉਸ ਦੇ ਸੀਨੇ 'ਤੇ ਡਿੱਗ ਰਹੇ ਸਨ। ਤੇ ਉਹ ਫਿਰ ਉਹਨਾਂ ਸਾਰਿਆਂ ਲੋਕਾਂ ਨਾਲ ਮੰਦਰ ਦੇ ਸਾਹਮਣੇ ਵਾਲੇ ਵੱਡੇ ਚੌਂਕ ਵੱਲ ਚੱਲ ਪਿਆ। ਤੇ ਫਿਰ ਉਸ ਮੰਦਰ ਵਿੱਚੋਂ ਇੱਕ ਔਰਤ ਬਾਹਰ ਨਿਕਲੀ,
ਜਿਸ ਦਾ ਨਾਂ ਅਲ-ਮਿਤਰਾ ਸੀ ਤੇ ਉਹ ਇੱਕ ਸੰਨਿਆਸਣ ਸੀ। ਤੇ ਉਸ ਨੇ ਉਸ ਸੰਨਿਆਸਣ ਵੱਲ ਬੜੇ ਹੀ ਤਰਸ ਭਾਵ ਨਾਲ ਤੱਕਿਆ, ਕਿਉਂਕਿ ਉਸੇ ਸੰਨਿਆਸਣ ਨੇ ਪਹਿਲੀ ਵਾਰ ਸਭ ਤੋਂ ਪਹਿਲਾਂ ਉਸ ਨੂੰ ਵੇਖਿਆ ਸੀ ਤੇ ਉਸ 'ਤੇ ਭਰੋਸਾ ਕੀਤਾ ਸੀ ਜਦੋਂ ਉਹ ਪਹਿਲੀ ਵਾਰ ਉਹਨਾਂ ਦੇ ਸ਼ਹਿਰ ਆਇਆ ਸੀ। ਫਿਰ ਅਲ-ਮਿਤਰਾ ਨੇ ਉਸ ਨੂੰ ਸੰਬੋਧਨ ਕਰਕੇ ਕਿਹਾ, ਹੇ ਖੁਦਾ ਦੇ ਪੈਗੰਬਰ, ਉਸ ਰੱਬ ਦੀ ਭਾਲ ਵਿੱਚ ਤੂੰ ਉਸ ਬੇੜੇ ਦਾ ਉਡੀਕ ਵਿੱਚ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ ਤੇ ਹੁਣ ਜਦ ਕਿ ਤੇਰਾ ਬੇੜਾ ਬਹੁੜੀਆਂ ਹੈ ਤਾਂ ਤੈਨੂੰ ਜ਼ਰੂਰ ਹੀ ਜਾਣਾ ਚਾਹੀਦਾ ਹੈ। ਤੈਨੂੰ ਆਪਣੀ ਉਸ ਧਰਤੀ 'ਤੇ ਜਾਣ ਦੀ ਬੜੀ ਤਾਂਘ ਹੈ ਜਿਸ ਦੇ ਨਾਲ ਤੇਰੀਆਂ ਕਈ ਖਵਾਇਸ਼ਾਂ ਜੁੜੀਆਂ ਹੋਈਆਂ ਹਨ। ਸਾਡਾ ਪਿਆਰ ਤੇਰੇ ਰਾਹ ਵਿੱਚ ਰੋੜਾ ਨਹੀਂ ਬਣੇਗਾ ਤੇ ਨਾ ਹੀ ਸਾਡੀਆਂ ਲੋੜਾਂ ਹੀ ਤੈਨੂੰ ਰੋਕਣਗੀਆਂ, ਪਰ ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਤੂੰ ਜਾਣ ਤੋਂ ਪਹਿਲਾਂ ਆਪਣੇ ਉਸ ਸੱਤ ਸੁਜਾਨ ਬਾਰੇ ਸਾਨੂੰ ਕੁਝ ਦੱਸ ਤੇ ਉਸ ਸੱਚਾ ਗਿਆਨ ਅਸੀਂ ਅੱਗੇ ਆਪਣੇ ਬੱਚਿਆਂ ਨੂੰ ਦੇਵਾਂਗੇ। ਫਿਰ ਉਹ ਅੱਗੇ ਆਪਣੇ ਬੱਚਿਆਂ ਤੱਕ ਪਹੁੰਚਾਉਣਗੇ ਤੇ ਇਸ ਤਰ੍ਹਾਂ ਸੱਚ ਅਵਿਨਾਸ਼ੀ ਹੋ ਜਾਏਗਾ। ਤੂੰ ਆਪਣੀ ਇਕੱਲਤਾ ਵਿੱਚ ਹੀ ਸਾਡੇ ਦਿਨਾਂ ਦੀ ਨਿਗਰਾਨੀ ਰੱਖੀ ਹੈ ਤੇ ਆਪਣੀ ਚੇਤਨਾ ਨਾਲ ਜਿਵੇਂ ਸਾਡੀ ਨੀਂਦ ਦੇ ਹਾਸੇ ਰੋਣੇ ਨੂੰ ਸੁਣਿਆ ਹੈ, ਤੇ ਇਸ ਲਈ ਹੁਣ ਸਾਨੂੰ ਸਾਡੇ ਭੇਤਾਂ ਦਾ ਆਤਮਬੋਧ ਕਰਵਾ ਕੇ ਸਾਨੂੰ ਜਨਮ ਮਰਨ ਦੇ ਗਿਆਨ ਤੋਂ ਵੀ ਜਾਣੂ ਕਰਵਾ, ਜਿਸ ਦਾ ਗਿਆਨ ਸਿਰਫ ਤੈਨੂੰ ਹੋਇਆ ਹੈ। ਤੇ ਫਿਰ ਅਲ-ਮੁਸਤਫਾ ਨੇ ਜਵਾਬ ਦਿੱਤਾ, ਐ ਅਲ-ਫੈਰਿਸ ਦੇ ਲੋਕੋ, ਇਸ ਵੇਲੇ ਜੋ ਕੁਝ ਤੁਹਾਡੀਆਂ ਸਭਨਾਂ ਦੀਆਂ ਆਤਮਾਵਾਂ ਵਿੱਚ ਵਾਪਰ ਰਿਹਾ ਹੈ ਉਸ ਤੋਂ ਭਿੰਨ ਮੈਂ ਭਲਾ ਤੁਹਾਨੂੰ ਕੀ ਦੱਸ ਸਕਦਾ। ਜਿਸ ਆਤਮਬੋਧ ਦੀ ਇੱਥੇ ਜਾਚਨਾ ਕੀਤੀ ਗਈ ਹੈ ਤੇ ਜਿਸ ਆਤਮਬੋਧ ਦੀ ਪ੍ਰਾਪਤੀ ਇਸ ਬੜਮੁੱਲੀ ਕਿਰਤ ਦੇ ਅਗਲੇ 26 ਉਪਦੇਸ਼ਾਂ ਵਿੱਚ ਕਰਵਾਈ ਗਈ ਹੈ, ਉਸ ਬਾਰੇ ਕਬੀਰ ਜੀ ਨੇ ਬੜਾ ਸੁੰਦਰ ਲਿਖਿਆ ਹੈ। ਆਪਾ ਜਾਨ ਉਲਟ ਲੈ ਆਪ, ਤਉਨੈ ਵਿਆਪੇ ਤਿਨ ਤਾਪ, ਜਬ ਮਨ ਉਲਟ ਸਨਾਤਨ ਹੁਆ, ਤਬ ਜਾਨ ਤਬ ਜੀਵਤ ਮੁਆ। ਅਗਲਾ ਲੇਖ ਹੈ ਪਿਆਰ। ਫਿਰ ਅਲ-ਮਿਤਰਾ ਨੇ ਕਿਹਾ, ਸਾਨੂੰ ਪਿਆਰ ਬਾਰੇ ਦੱਸੋ। ਤੇ ਉਸ ਨੇ ਪੈਗੰਬਰ ਅਲ-ਮੁਸਤਫਾ ਨੇ ਆਪਣਾ ਸਿਰ ਉੱਪਰ ਚੱਕਿਆ ਤੇ ਸਭਨਾਂ ਲੋਕਾਂ ਵੱਲ ਤੱਕਿਆ। ਚੁਫੇਰੇ ਬੇਜਾਤਨਾ ਪਸਰੀ ਹੋਈ ਸੀ ਤੇ ਉਸਨੇ ਬੁਲੰਦ ਆਵਾਜ਼ ਵਿੱਚ ਕਿਹਾ, ਜਦ ਪਿਆਰ ਤੁਹਾਨੂੰ ਬੁਲਾਵੇ ਤਾਂ ਤੁਸੀਂ ਸੱਤ ਬਚਨ ਆ ਕੇ ਅੱਗੇ ਵਧੋ। ਭਾਵੇਂ ਕਿ ਪਿਆਰ ਦੇ ਪੈਂਡੇ ਬੜੇ ਵਿਖਰੇ ਅਤੇ ਢਲਾਣ ਭਰੇ ਨੇ, ਤੇ ਜਦ ਉਹ ਆਪਣੇ ਖੰਭ ਫੈਲਾਵੇ ਤਾਂ ਤੁਸੀਂ ਆਪਾਂ ਉਸ ਨੂੰ ਸਮਰਪਿਤ ਕਰ ਦਿਓ, ਭਾਵੇਂ ਉਸ ਦੇ ਖੰਭਾਂ ਵਿੱਚ ਲੁਕੀਆਂ ਭੁਜਾਵਾਂ ਦੀ ਤਲਵਾਰ ਤੁਹਾਨੂੰ ਫੱਟੜ ਹੀ ਕਿਉਂ ਨਾ ਕਰ ਦੇਵੇ। ਤੇ ਜਦ ਪਿਆਰ ਤੁਹਾਨੂੰ ਕੁਝ ਆਖੇ ਤਾਂ ਉਸ 'ਤੇ ਭਰੋਸਾ ਕਰੋ, ਭਾਵੇਂ ਕਿ ਉਸ ਦੇ ਬੋਲ ਤੁਹਾਡੇ ਸੁਪਨਿਆਂ ਦੇ ਰਚਨਾ ਚਕਨਾਚੂਰ ਕਰ ਸਕਦੇ ਨੇ, ਬਿਲਕੁਲ ਉਵੇਂ ਜਿਵੇਂ ਉੱਤਰ ਵੱਲ ਦੀਆਂ ਹਵਾਵਾਂ ਕਿਸੇ ਬਾਗ ਨੂੰ ਉਜਾੜ ਦਿੰਦੀਆਂ ਨੇ। ਕਿਉਂਕਿ ਪਿਆਰ ਜਿੱਥੇ ਇੱਕ ਪਾਸੇ ਤੁਹਾਨੂੰ ਤਖਤੋ ਤਾਜ ਬਖਸ਼ਦਾ ਹੈ, ਉੱਥੇ ਦੂਜੇ ਪਾਸੇ ਉਹ ਤੁਹਾਨੂੰ ਸਲੀਬ 'ਤੇ ਵੀ ਚੜਾਉਂਦਾ ਹੈ। ਜਿੱਥੇ ਉਹ ਤੁਹਾਡਾ ਵਿਕਾਸ ਕਰਦੇ, ਉੱਥੇ ਤੁਹਾਡੀ ਕਾਂਟ ਛਾਂਟ ਵੀ ਕਰਦਾ ਹੈ। ਇੱਥੇ ਤੱਕ ਕਿ ਜਿੱਥੇ ਇਹ ਤੁਹਾਡੀਆਂ ਸਿਖਰਾਂ ਤੱਕ ਪੁੱਜ ਕੇ ਤੁਹਾਡੀਆਂ ਉਹਨਾਂ ਕੋਮਲ ਟਹਿਣੀਆਂ ਨੂੰ ਪਲੋਸਦਾ ਹੈ ਤੇ ਸੂਰਜੀ ਰੋਸ਼ਨੀ ਵਿੱਚ ਕਲੋਲ ਕਰਦੀਆਂ ਨੇ, ਦੂਜੇ ਪਾਸੇ ਇਹ ਤੁਹਾਡੀਆਂ ਡੂੰਘਾਈਆਂ ਵਿੱਚ ਉਤਰ ਕੇ ਤੁਹਾਡੀਆਂ ਉਹਨਾਂ ਜੜ੍ਹਾਂ ਨੂੰ ਵੀ ਝੰਜੋੜਦਾ ਹੈ ਜੋ ਤੁਹਾਨੂੰ ਧਰਤੀ ਨਾਲ ਬੰਨ੍ਹ ਕੇ ਰੱਖਦੀਆਂ ਹਨ। ਜਿਸ ਤਰ੍ਹਾਂ ਇੱਕ ਛੱਲੀ ਆਪਣੇ ਦਾਣਿਆਂ ਨੂੰ ਆਪਣੀ ਕਲਾਵੇ ਵਿੱਚ ਸੰਜੋ ਕੇ ਰੱਖਦੀ ਹੈ, ਉਸੇ ਤਰ੍ਹਾਂ ਇਹ ਵੀ ਤੁਹਾਨੂੰ ਆਪਣੇ ਅੰਦਰ ਸਮੇਟ ਲੈਂਦਾ ਹੈ। ਪਿਆਰ ਤੁਹਾਨੂੰ ਝੰਬ ਕੇ ਤੁਹਾਡੇ ਆਡੰਬਰੀ ਪਹਿਰਾਵੇ ਨਾਲ ਲਾਹ ਸੁੱਟਦਾ ਹੈ। ਪਿਆਰ ਤੁਹਾਨੂੰ ਝਾੜ ਝੰਬ ਕੇ ਤੁਹਾਡੇ ਅੰਦਰਲੀ ਬੁਰਿਆਈ ਰੂਪੀ ਫੱਕ ਤੂੜੀ ਨੂੰ ਵੱਖ ਕਰ ਦਿੰਦਾ ਹੈ। ਇਹ ਤੁਹਾਨੂੰ ਪੀਹ ਕੇ
ਪਾਕ ਸਾਫ਼ ਕਰਦਾ ਹੈ। ਇਹ ਪਿਆਰ ਤੁਹਾਨੂੰ ਉਦੋਂ ਤੱਕ ਗੁੰਨਦਾ ਹੈ ਜਦੋਂ ਤੱਕ ਤੁਸੀਂ ਨਰਮ ਨਾ ਹੋ ਜਾਵੋ, ਅਤੇ ਫਿਰ ਇਹ ਤੁਹਾਨੂੰ ਪਵਿੱਤਰ ਅੱਗ ਦੇ ਸਪੁਰਦ ਕਰ ਦਿੰਦਾ ਹੈ ਤਾਂ ਕਿ ਤੁਸੀਂ ਰੱਬ ਦੇ ਪਵਿੱਤਰ ਭੋਜ ਦਾ ਪਵਿੱਤਰ ਭੋਜਨ ਬਣ ਸਕੋ। ਪਿਆਰ ਇੱਕ ਸਭ ਚੀਜ਼ਾਂ ਤੁਹਾਡੇ ਨਾਲ ਉਦੋਂ ਤੱਕ ਕਰੇਗਾ ਜਦੋਂ ਤੱਕ ਤੁਹਾਨੂੰ ਆਪਣੇ ਦਿਲ ਦੇ ਭੇਤਾਂ ਦਾ ਪਤਾ ਨਹੀਂ ਲੱਗਦਾ, ਅਤੇ ਅੱਗੇ ਇਸ ਗਿਆਨ ਨਾਲ ਤੁਸੀਂ ਵੀ ਜ਼ਿੰਦਗੀ ਦੇ ਦਿਲ ਦਾ ਇੱਕ ਅੰਸ਼ ਨਹੀਂ ਬਣ ਜਾਂਦੇ। ਪਰ ਜੇ ਤੁਸੀਂ ਭੈਵਸ਼ ਪਿਆਰ ਦੇ ਸਿਰਫ ਆਨੰਦ ਅਤੇ ਸ਼ਾਂਤੀ ਦੇਣ ਵਾਲੇ ਰੂਪ ਦੀ ਹੀ ਕਾਮਨਾ ਕਰੋਗੇ ਤਾਂ ਤੁਹਾਡੇ ਲਈ ਇਹ ਠੀਕ ਰਹੇਗਾ ਕਿ ਤੁਸੀਂ ਆਪਣੇ ਪਖੰਡ ਦਾ ਪਹਿਰਾਵਾ ਪਹਿਨ ਲਓ ਅਤੇ ਪਿਆਰ ਦੀ ਡਿਊਟੀ ਤੋਂ ਹੀ ਪਰਤ ਜਾਓ ਉਸ ਬੇਸੁਆਦੀ ਦੁਨੀਆ ਵਿੱਚ ਜਿੱਥੇ ਤੁਸੀਂ ਹੱਸੋਗੇ ਤਾਂ ਜ਼ਰੂਰ, ਪਰ ਖਿੜਖੜਾ ਕੇ ਨਹੀਂ ਹੱਸ ਸਕੋਗੇ, ਅਤੇ ਰੋਵੋਗੇ ਵੀ ਜ਼ਰੂਰ ਪਰ ਹੰਝੂ ਨਹੀਂ ਕੋਰ ਸਕੋਗੇ। ਪਿਆਰ ਤੁਹਾਨੂੰ ਤੁਹਾਡਾ ਆਪਾ ਖੁਦ ਨੂੰ ਸਮਰਪਿਤ ਕਰਨ ਤੋਂ ਇਲਾਵਾ ਕੁਝ ਨਹੀਂ ਦਿੰਦਾ, ਅਤੇ ਨਾ ਹੀ ਤੁਹਾਨੂੰ ਖੁਦ 'ਤੇ ਨਿਸ਼ਾਵਰ ਹੋ ਜਾਣ ਤੋਂ ਇਲਾਵਾ ਤੁਹਾਡੇ ਤੋਂ ਕੁਝ ਹੋਰ ਮੰਗਦਾ ਹੈ। ਪਿਆਰ ਨਾ ਤਾਂ ਖੁਦ ਆਪਣੇ ਕੋਲ ਕੁਝ ਰੱਖਦਾ ਹੈ, ਨਾ ਹੀ ਕਿਸੇ ਹੋਰ ਵੱਲ ਇਹ ਰੱਖਿਆ ਜਾ ਸਕਦਾ ਹੈ, ਕਿਉਂਕਿ ਪਿਆਰ ਤਾਂ ਪਿਆਰ ਲਈ ਹੀ ਹੈ। ਨਾ ਤਾਂ ਇਹ ਆਪਣੇ ਵੱਟੇ ਕੁਝ ਮੰਗਦਾ ਹੈ, ਨਾ ਹੀ ਇਹ ਤੁਹਾਡੇ ਸਮਰਪਣ ਦੇ ਵੱਟੇ ਤੁਹਾਨੂੰ ਕੁਝ ਦੇਵੇਗਾ। ਪਿਆਰ ਤਾਂ ਆਪਣੇ ਆਪ ਵਿੱਚ ਹੀ ਸੰਪੂਰਨ ਹੈ, ਭਰਪੂਰ ਹੈ, ਸਰਵ ਵਿਆਪਕ ਹੈ। ਜਦ ਤੁਸੀਂ ਪਿਆਰ ਕਰਦੇ ਹੋ ਤੁਹਾਨੂੰ ਇਹ ਨਹੀਂ ਆਖਣਾ ਚਾਹੀਦਾ ਕਿ ਰੱਬ ਮੇਰੇ ਦਿਲ ਵਿੱਚ ਹੈ, ਸਗੋਂ ਇਹ ਆਖੋ ਕਿ ਮੈਂ ਰੱਬ ਦੇ ਦਿਲ ਦੇ ਅੰਦਰ ਹਾਂ। ਇਹ ਬਿਲਕੁਲ ਨਾ ਸੋਚੋ ਕਿ ਤੁਸੀਂ ਖੁਦ ਹੀ ਪਿਆਰ ਨੂੰ ਹਾਸਲ ਕਰ ਸਕਦੇ ਹੋ, ਸਗੋਂ ਜੇ ਪਿਆਰ ਤੁਹਾਨੂੰ ਇਸ ਕਾਬਲ ਸਮਝਦਾ ਹੈ ਤਾਂ ਖੁਦ ਤੁਹਾਡਾ ਮਾਰਗਦਰਸ਼ਨ ਕਰਦਾ ਹੈ ਅਤੇ ਤੁਹਾਨੂੰ ਆਪਣੇ ਵੱਲ ਖਿੱਚ ਪਾ ਕੇ ਆਪਣੇ ਅੰਦਰ ਸਮੋ ਲੈਂਦਾ ਹੈ। ਪਿਆਰ ਦੀ ਕੋਈ ਕਾਮਨਾ ਨਹੀਂ ਹੁੰਦੀ ਬਜਾਏ ਇਸ ਦੇ ਕਿ ਉਹ ਖੁਦ ਨੂੰ ਸੰਪੂਰਨ ਬਣਾਵੇ। ਪਰ ਜੇ ਤੁਸੀਂ ਪਿਆਰ ਕਰਦੇ ਹੋ ਅਤੇ ਤੁਹਾਡੀਆਂ ਖੁਆਇਸ਼ਾਂ ਨੇ ਜੋ ਹੋਣੀਆਂ ਸੁਭਾਵਿਕ ਹੀ ਨੇ, ਤਾਂ ਤੁਹਾਡੀਆਂ ਉਹ ਖੁਆਇਸ਼ਾਂ ਕੁਛ ਇੱਦਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਕਿ ਖੁਦ ਨੂੰ ਇੰਨਾ ਪਿਘਲਾ ਲਓ ਕਿ ਉਸ ਝਰਨੇ ਦੀ ਤਰ੍ਹਾਂ ਬਹਿ ਤੁਰੋ ਜੋ ਰਾਤਾਂ ਨੂੰ ਆਪਣੇ ਸੰਗੀਤ ਬਿਖੇਰਦਾ ਹੈ, ਕਿ ਹੱਦ ਦਰਜੇ ਦੇ ਦੁੱਖ ਦਾ ਦਰਦ ਸਮਝ ਸਕੋ, ਕਿ ਪਿਆਰ ਨੂੰ ਸਮਝ ਕੇ ਉਸ ਦੇ ਦਰਦ ਨਾਲ ਖੁਦ ਨੂੰ ਜ਼ਖਮੀ ਕਰ ਸੁੱਟੋ, ਤੇ ਫਿਰ ਮਨ ਮਰਜ਼ੀ ਦੇ ਚਾਅ ਮਲਾਹ ਨਾਲ ਉਸ ਨਾਲ ਪੀੜਿਤ ਰਹੋ। ਸਵੇਰੇ ਜਾਗੋ ਤਾਂ ਪਿਆਰ ਗੁੜੂਚੇ ਦਿਲੋਂ ਰੱਬ ਦਾ ਸ਼ੁਕਰਾਨਾ ਕਰੋ ਕਿ ਉਸ ਨੇ ਤੁਹਾਨੂੰ ਪਿਆਰ ਕਰਨ ਲਈ ਇੱਕ ਹੋਰ ਦਿਨ ਬਖਸ਼ਿਆ ਹੈ। ਦੁਪਹਿਰ ਸੁਸਤਾਨ ਦੀ ਬਜਾਏ ਪਿਆਰ ਲਗਾ ਕੇ ਪਿਆਰ ਦੇ ਬਿਸਮਾਦ ਵਿੱਚ ਲੀਨ ਹੋ ਜਾਓ। ਸ਼ਾਮੀ ਘਰ ਪਰਤੋ ਤਾਂ ਪਿਆਰ ਦੇ ਸ਼ੁਕਰਗੁਜ਼ਾਰ ਹੋ ਕੇ, ਅਤੇ ਫਿਰ ਰਾਤੀ ਜਦੋਂ ਸੌਵੋ ਤਾਂ ਤੁਹਾਡੇ ਦਿਲੋਂ ਤੁਹਾਡੇ ਕੰਠ ਲਈ ਦੁਆ ਨਿਕਲੇ ਅਤੇ ਤੁਹਾਡੇ ਜ਼ੁਬਾਨੋਂ ਉਸ ਦੀ ਤਾਰੀਫ। ਵਿਆਹ। ਫਿਰ ਅਲਮਿਤਰਾ ਨੇ ਪੁੱਛਿਆ, ਤੇ ਮੇਰੇ ਮਾਲਕ ਵਿਆਹ ਕੀ ਹੈ? ਤੇ ਉਸਨੇ ਜਵਾਬ ਦਿੰਦਿਆਂ ਆਖਿਆ, ਤੁਸੀਂ ਦੋਵੇਂ ਹਵਾ ਤੇ ਆਦਮ ਇਕੱਠੇ ਪੈਦਾ ਹੋਏ ਸੀ ਤੇ ਸਦਾ ਇਕੱਠੇ ਹੀ ਰਹੋਗੇ। ਤੁਸੀਂ ਉਦੋਂ ਵੀ ਇਕੱਠੇ ਹੀ ਹੋਵੋਗੇ ਜਦੋਂ ਮੌਤ ਆਪਣੇ ਸਫੇਦ ਖੰਭਾਂ ਨੂੰ ਫੜਫੜਾ ਕੇ ਤੁਹਾਡੀ ਜੀਵਨ ਲੀਲਾ ਖਤਮ ਕਰ ਦੇਵੇਗੀ। ਤੇ ਹਾਂ, ਤੁਸੀਂ ਰੱਬ ਦੀ ਮੌਨ ਯਾਦ ਵਿੱਚ ਵੀ ਇਕੱਠੇ ਹੀ ਰਹੋਗੇ, ਪਰ ਤੁਹਾਨੂੰ ਆਪਣੀ ਨੇੜਤਾ ਵਿੱਚ ਕੁਝ ਵਿੱਥ ਵੀ ਪਾਉਣੀ ਪਏਗੀ। ਤੁਸੀਂ ਆਪਣੇ ਦਰਮਿਆਨ ਅਲੌਕਿਕ ਪੌਣਾ ਨੂੰ ਵੀ ਵਗਣ ਦਿਓ, ਇੱਕ ਦੂਜੇ ਨੂੰ ਖੁੱਲ੍ਹਾ ਵਿਚਰਨ ਦੀ ਵੀ ਜਗ੍ਹਾ ਦਿਓ। ਇੱਕ ਦੂਜੇ ਨੂੰ ਪਿਆਰ ਜ਼ਰੂਰ ਕਰੋ, ਪਰ ਇਸ ਪਿਆਰ ਨੂੰ ਬੰਨ੍ਹੋ ਨਾ, ਸਗੋਂ ਇਸ ਨੂੰ ਆਪਣੇ ਆਤਮ ਰੂਪੀ ਕੰਢਿਆਂ ਵਿਚਕਾਰ ਇੱਕ ਸਮੁੰਦਰ ਦੀ ਤਰ੍ਹਾਂ ਅਟਖੇਲੀਆਂ ਕਰਨ ਦਿਓ। ਇੱਕ ਦੂਜੇ ਦੇ ਪਿਆਲਿਆਂ ਨੂੰ ਭਰਦੇ ਰਹੋ, ਪਰ ਦੋਵੇਂ ਕਦੇ ਵੀ ਇੱਕੋ ਪਿਆਲੇ ਵਿੱਚੋਂ ਨਾ ਪੀਓ। ਇੱਕ ਦੂਜੇ ਨਾਲ ਆਪਣੀ ਰੋਟੀ ਤਾਂ ਵੰਡ ਲਿਓ, ਪਰ ਇੱਕ ਦੂਜੇ ਦੀ ਰੋਟੀ ਕਦੇ ਨਾ ਖਾਓ।
ਤੁਸੀਂ ਦੋਵੇਂ ਰਲ ਕੇ ਨੱਚੋ, ਗਾਓ ਅਤੇ ਖੁਸ਼ੀਆਂ ਮਨਾਓ, ਪਰ ਇੱਕ ਦੂਜੇ ਨੂੰ ਇਕੱਲਤਾ ਦਾ ਅਹਿਸਾਸ ਕਰਾਉਣਾ ਵੀ ਓਨਾ ਹੀ ਲਾਜ਼ਮੀ ਹੈ। ਬਿਲਕੁਲ ਉਵੇਂ ਹੀ ਜਿਵੇਂ ਰਬਾਬ ਦੇ ਤਾਰ ਤਾਂ ਵੱਖ-ਵੱਖ ਹੁੰਦੇ ਨੇ, ਪਰ ਫਿਰ ਵੀ ਉਸ 'ਚੋਂ ਇਕਸਾਰ ਅਤੇ ਇਕਸੁਰ ਸੰਗੀਤ ਹੀ ਗੂੰਜਦਾ ਹੈ। ਇੱਕ ਦੂਜੇ ਨੂੰ ਆਪਣਾ ਆਪਣਾ ਦਿਲ ਤਾਂ ਦੇ ਦਿਓ, ਪਰ ਉਸ ਦਿਲ 'ਤੇ ਇੱਕ ਦੂਜੇ ਨੂੰ ਕਾਬਜ਼ ਨਾ ਹੋਣ ਦਿਓ, ਕਿਉਂਕਿ ਤੁਹਾਡੇ ਦਿਲਾਂ 'ਤੇ ਕਾਬੂ ਪਾਉਣ ਦਾ ਰੱਬ ਦੇ ਹੀ ਹੱਥ ਵੱਸ ਹੈ। ਤੁਸੀਂ ਦੋਵੇਂ ਇੱਕ ਦੂਜੇ ਦੇ ਨਾਲ ਤਾਂ ਖੜ੍ਹੇ ਰਹੋ, ਪਰ ਬਹੁਤਾ ਨੇੜੇ ਨੇੜੇ ਨਹੀਂ, ਕਿਉਂਕਿ ਇੱਕ ਮੰਦਰ ਦੇ ਥੰਮ੍ਹ ਵੀ ਇੱਕ ਦੂਜੇ ਤੋਂ ਵਿੱਥ 'ਤੇ ਹੀ ਖੜ੍ਹੇ ਰਹਿੰਦੇ ਨੇ, ਅਤੇ ਨਾਲੇ ਬਲੁੱਤ ਠੰਡੇ ਇਲਾਕਿਆਂ ਵਿੱਚ ਹੋਣ ਵਾਲਾ ਇੱਕ ਰੁੱਖ ਬਲੁੱਤ ਜਾਂ ਓਕ, ਅਤੇ ਨਾਲੇ ਬਲੁੱਤ ਦੇ ਸਰੋਂ ਤੇ ਬਿਰਖ ਕਦੇ ਵੀ ਇੱਕ ਦੂਜੇ ਦੀ ਛਾਵੇਂ ਨਹੀਂ ਮੋਲ ਸਕਦੇ। ਸੰਤਾਨ। ਤੇ ਫਿਰ ਇੱਕ ਔਰਤ ਜਿਸ ਨੇ ਆਪਣੀ ਛਾਤੀ ਨਾਲ ਆਪਣੇ ਬੱਚੇ ਨੂੰ ਚੰਬੇੜਿਆ ਹੋਇਆ ਸੀ, ਬੋਲੀ, ਸਾਨੂੰ ਸੰਤਾਨ ਬਾਰੇ ਕੁਝ ਦੱਸੋ। ਤੇ ਉਸਨੇ ਕਿਹਾ, ਤੁਹਾਡੇ ਬੱਚੇ ਤੁਹਾਡੇ ਹੋ ਕੇ ਵੀ ਤੁਹਾਡੇ ਨਹੀਂ ਨੇ। ਉਹ ਤਾਂ ਖੁਦ ਜ਼ਿੰਦਗੀ ਦੇ ਪ੍ਰਤੀ ਜ਼ਿੰਦਗੀ ਦੀ ਕਾਮਨਾ ਦੀ ਸੰਤਾਨ ਨੇ। ਉਹ ਇਸ ਦੁਨੀਆ ਵਿੱਚ ਤੁਹਾਡੇ ਜ਼ਰੀਏ ਜ਼ਰੂਰ ਆਉਂਦੇ ਨੇ, ਪਰ ਤੁਸੀਂ ਉਹਨਾਂ ਨੂੰ ਨਹੀਂ ਲਿਆਉਂਦੇ ਹੋ, ਅਤੇ ਭਾਵੇਂ ਉਹ ਤੁਹਾਡੇ ਨਾਲ ਹੀ ਰਹਿੰਦੇ ਨੇ, ਫਿਰ ਵੀ ਉਹ ਤੁਹਾਡੇ ਨਹੀਂ ਨੇ। ਤੁਸੀਂ ਉਹਨਾਂ ਨੂੰ ਆਪਣਾ ਪਿਆਰ ਦੇ ਸਕਦੇ ਹੋ, ਆਪਣੇ ਵਿਚਾਰ ਨਹੀਂ, ਕਿਉਂਕਿ ਉਹਨਾਂ ਨੇ ਆਪਣੇ ਵੱਖਰੇ ਵਿਚਾਰ ਨੇ। ਤੁਸੀਂ ਉਹਨਾਂ ਦੇ ਸਰੀਰ ਨੂੰ ਤਾਂ ਘਰ ਦੇ ਸਕਦੇ ਹੋ, ਪਰ ਉਹਨਾਂ ਦੀਆਂ ਆਤਮਾਵਾਂ ਨੂੰ ਨਹੀਂ, ਕਿਉਂਕਿ ਉਹਨਾਂ ਦੀਆਂ ਆਤਮਾਵਾਂ ਤਾਂ ਪਲਕ ਵਿੱਚ ਨਿਵਾਸ ਕਰਦੀਆਂ ਨੇ, ਜਿੱਥੇ ਤੁਸੀਂ ਕਦੇ ਵੀ ਬੋੜ ਨਹੀਂ ਸਕਦੇ, ਸੁਪਨੇ ਵਿੱਚ ਵੀ ਨਹੀਂ। ਤੁਸੀਂ ਉਹਨਾਂ ਵਰਗਾ ਬਣਨ ਦਾ ਯਤਨ ਤਾਂ ਕਰ ਸਕਦੇ ਹੋ, ਪਰ ਕਦੇ ਵੀ ਉਹਨਾਂ ਨੂੰ ਆਪਣੇ ਵਰਗਾ ਬਣਾਉਣ ਦਾ ਯਤਨ ਨਾ ਕਰਨਾ, ਕਿਉਂਕਿ ਜ਼ਿੰਦਗੀ ਕਦੇ ਵੀ ਨਾ ਤਾਂ ਪਿੱਛਲ ਮੂੰਹ ਚੱਲਦੀ ਹੈ, ਨਾ ਹੀ ਲੰਘੇ ਕੱਲ੍ਹ ਦੇ ਨਾਲ ਹੀ ਠਹਿਰਦੀ ਹੈ। ਤੁਸੀਂ ਇੱਕ ਕਮਾਨ ਮਾਤਰ ਹੀ ਹੋ, ਅਤੇ ਤੁਹਾਡਾ ਕੰਮ ਆਪਣੇ ਬੱਚਿਆਂ ਨੂੰ ਜਿਉਂਦੇ ਜਾਗਦੇ ਤੀਰਾਂ ਦੀ ਤਰ੍ਹਾਂ ਸਿਰਫ ਅੱਗੇ ਵੱਲ ਨੂੰ ਚਲਾਉਣਾ ਹੀ ਹੈ। ਤੀਰ ਅੰਦਾਜ਼ ਇਸ ਆਨੰਦ ਮਾਰਗ 'ਤੇ ਸਿਰਫ ਆਪਣੇ ਨਿਸ਼ਾਨੇ ਵੱਲ ਦੇਖਦਾ ਹੈ ਅਤੇ ਤੀਰ ਚਲਾ ਦਿੰਦਾ ਹੈ। ਰੱਬ ਉਸ ਨੂੰ ਪੂਰੀ ਸਮਰੱਥਾ ਬਖਸ਼ਦਾ ਹੈ ਤਾਂ ਕਿ ਉਸ ਦੇ ਤੀਰ ਤੇਜ਼ ਅਤੇ ਦੁਰਵਰਤੀ ਹੋਣ। ਤੁਹਾਨੂੰ ਆਪਣੀ ਇੱਕ ਕਮਾਨ ਹੋਣ ਦੀ ਭੂਮਿਕਾ ਪ੍ਰਸੰਨ ਚਿੱਤ ਨਿਭਾਉਣੀ ਚਾਹੀਦੀ ਹੈ, ਕਿਉਂਕਿ ਜਿੱਥੇ ਰੱਬ ਨੂੰ ਉੱਡਦੇ ਤੀਰਾਂ ਨਾਲ ਮੋਹ ਹੈ, ਉੱਥੇ ਉਹ ਉਸ ਕਮਾਨ ਨੂੰ ਵੀ ਪਿਆਰ ਕਰਦਾ ਹੈ ਜੋ ਅਡੋਲ ਹੋਵੇ ਅਤੇ ਆਪਣਾ ਕੰਮ ਨਿਪੁੰਨਤਾ ਨਾਲ ਕਰਦੀ ਹੋਵੇ। ਦਾਨ। ਫਿਰ ਇੱਕ ਅਮੀਰ ਬੰਦੇ ਨੇ ਪੁੱਛਿਆ, ਸਾਨੂੰ ਦਾਨ ਪੁੰਨ ਬਾਰੇ ਕੁਝ ਦੱਸੋ। ਤੇ ਉਸਨੇ ਜਵਾਬ ਦਿੱਤਾ, ਤੁਹਾਡਾ ਕੀਤਾ ਉਹ ਦਾਨ ਪੁੰਨ ਬਹੁਤ ਤੁੱਛ ਹੁੰਦਾ ਹੈ ਜੋ ਤੁਸੀਂ ਆਪਣੀ ਪੂੰਜੀ 'ਚੋਂ ਕੱਢ ਕੇ ਦਿੰਦੇ ਹੋ। ਅਸਲੀ ਦਾਨ ਪੁੰਨ ਤਾਂ ਉਹ ਹੈ ਜਦੋਂ ਤੁਸੀਂ ਖੁਦ ਨੂੰ ਹੀ ਨਿਸ਼ਾਵਰ ਕਰ ਦਿੰਦੇ ਹੋ, ਕਿਉਂਕਿ ਤੁਹਾਡੀ ਧਨ ਦੌਲਤ ਉਹਨਾਂ ਵਸਤਾਂ ਤੋਂ ਇਲਾਵਾ ਭਲਾ ਹੋਰ ਕੀ ਹੈ ਜਿਨ੍ਹਾਂ ਨੂੰ ਤੁਸੀਂ ਇਸ ਡਰੋਂ ਸੰਭਾਲ ਕੇ ਰੱਖਦੇ ਹੋ ਕਿ ਕਿਤੇ ਭਲਕੇ ਤੁਹਾਨੂੰ ਉਹਨਾਂ ਦੀ ਦੁਬਾਰਾ ਲੋੜ ਨਾ ਪੈ ਜਾਵੇ। ਅਤੇ ਫਿਰ ਭਲਕੇ ਉਹ ਪਲਕ ਉਸ ਨੇੜੇ ਉਸ ਲੋੜੋਂ ਵੱਧ ਸਮਝਦਾਰ ਕੁੱਤੇ ਲਈ ਕੀ ਲੈ ਆਏਗੀ ਜੋ ਧਾਰਮਿਕ ਸਥਾਨ 'ਤੇ ਜਾ ਰਹੇ ਤੀਰਥ ਯਾਤਰੀਆਂ ਦੇ ਪਿੱਛੇ ਪਿੱਛੇ ਚੱਲਣ ਤੋਂ ਪਹਿਲਾਂ ਸਾਂਭ ਸੰਭਾਲ ਵਜੋਂ ਹੱਡੀਆਂ ਨੂੰ ਰੇਤੇ ਵਿੱਚ ਚੰਗੀ ਤਰ੍ਹਾਂ ਗੱਡ ਦਿੰਦਾ ਹੈ। ਅਤੇ ਇਹ ਲੋੜ ਪੈਣ ਦਾ ਭੈ ਸਿਵਾਏ ਆਪਣੀ ਲੋੜ ਦੇ ਹੋਰ ਕੀ ਹੈ। ਜਦੋਂ ਤੁਹਾਡਾ ਖੂਹ ਭਰਿਆ ਹੋਇਆ ਹੈ ਤਾਂ ਕਿ ਤੁਹਾਨੂੰ ਤੇਲ ਲੱਗਣ ਦਾ ਭੈ ਨਹੀਂ ਹੈ, ਉਹ ਤੇ ਜੋ ਕਦੇ ਨਹੀਂ ਬੁਝਦੀ। ਕੁਝ ਲੋਕ ਅਜਿਹੇ ਵੀ ਨੇ ਜੋ ਆਪਣੇ ਬਹੁਤ ਸਾਰੀ ਜਾਇਦਾਦ 'ਚੋਂ ਭੋਰਾ ਕੁ ਸਿਰਫ ਇਸ ਲਈ ਦਾਨ ਕਰਦੇ ਨੇ ਤਾਂ ਕਿ ਕੁਝ ਸ਼ੋਹਰਤ ਖੱਟ ਸਕਣ, ਅਤੇ ਉਹਨਾਂ ਦੀ ਇਹ ਭਾਵਨਾ ਉਹਨਾਂ ਦੇ ਦਾਨ ਪੁੰਨ ਨੂੰ ਤੁੱਛ ਬਣਾ ਧਰਦੀ ਹੈ। ਅਤੇ ਕੁਝ ਅਜਿਹੇ ਲੋਕ ਵੀ ਨੇ ਜਿਨ੍ਹਾਂ ਕੋਲ ਜੋ ਵੀ ਥੋੜ੍ਹਾ ਬਹੁਤ ਹੁੰਦਾ ਹੈ ਉਹ ਵੀ ਦਾਨ ਕਰ ਦਿੰਦੇ ਨੇ। ਇਹ ਉਹ ਲੋਕ ਨੇ ਜੋ ਜ਼ਿੰਦਗੀ ਅਤੇ ਜ਼ਿੰਦਗੀ ਦੀ ਉਦਾਰਤਾ 'ਚ ਭਰੋਸਾ ਰੱਖਦੇ ਨੇ
ਤੇ ਇਹਨਾਂ ਲੋਕਾਂ ਦੇ ਖਜ਼ਾਨੇ ਕਦੇ ਖਾਲੀ ਨਹੀਂ ਹੁੰਦੇ। ਕੁਝ ਇੱਦਾਂ ਦੇ ਲੋਕ ਨੇ ਜੋ ਚਾਈਂ ਦਾਨ ਕਰਦੇ ਨੇ ਤੇ ਇਹੀ ਚਾਹ ਮਲਾ ਹੀ ਉਹਨਾਂ ਦਾ ਇਨਾਮ ਹੁੰਦਾ ਹੈ। ਤੇ ਇੱਦਾਂ ਦੇ ਲੋਕ ਵੀ ਨੇ ਜੋ ਦਿੰਦੇ ਤਾਂ ਨੇ ਪਰ ਦੁਖੀ ਹੋ ਕੇ ਕਲਪ ਕੇ, ਤੇ ਇਹ ਦੁਖੀ ਹੋਣਾ ਹੀ ਤੇ ਕਲਪਣਾ ਹੀ ਉਹਨਾਂ ਦਾ ਸੰਸਕਾਰ ਹੈ। ਤੇ ਫਿਰ ਅਜਿਹੇ ਲੋਕ ਵੀ ਨੇ ਜਿਨ੍ਹਾਂ ਨੂੰ ਦਾਨ ਦਿੰਦਿਆਂ ਨਾ ਤਾਂ ਚੀਜ਼ ਦਾ ਅਹਿਸਾਸ ਹੁੰਦਾ ਹੈ, ਨਾ ਖੁਸ਼ੀ ਦਾ, ਤੇ ਨਾ ਹੀ ਉਹ ਇਹ ਸੋਚ ਕੇ ਦਾਨ ਕਰਦੇ ਨੇ ਕਿ ਉਹਨਾਂ ਨੂੰ ਇਹਦਾ ਪੁੰਨ ਮਿਲੇਗਾ। ਉਹਨਾਂ ਦਾ ਦਾਨ ਤਾਂ ਇੱਦਾਂ ਦਾ ਹੁੰਦਾ ਜਿਵੇਂ ਕਿਸੇ ਘਾਟੀ 'ਚ ਕੋਈ ਮਹਿੰਦੀ ਦਾ ਬੂਟਾ ਪੈਣਾ 'ਚ ਆਪਣੀ ਸੁਗੰਧੀ ਘੋਲਦਾ ਰਹਿੰਦਾ। ਇਹਨਾਂ ਲੋਕਾਂ ਦੇ ਹੱਥੀਂ ਹੀ ਤਾਂ ਰੱਬ ਅਸੀਸਾਂ ਵੰਡਦੇ ਨੇ, ਤੇ ਇਹਨਾਂ ਲੋਕਾਂ ਦੇ ਅੱਖਾਂ 'ਚੋਂ ਹੀ ਰੱਬ ਧਰਤੀ 'ਤੇ ਆਪਣੀ ਮੁਸਕਰਾਹਟ ਬਖੇਰਦਾ। ਮੰਗਣ ਤੇ ਦੇਣਾ ਤਾਂ ਚੰਗਾ ਹੀ ਹੈ, ਪਰ ਬਿਨਾਂ ਮੰਗੇ ਆਪਣੇ ਆਪ ਕਿਸੇ ਦੀ ਲੋੜ ਭਾਂਪ ਕੇ ਉਸ ਦੀ ਲੋੜ ਦੀ ਪੂਰਤੀ ਕਰਨੀ ਉਸ ਤੋਂ ਵੀ ਜ਼ਿਆਦਾ ਚੰਗਾ ਹੈ। ਕਿਸੇ ਦੀ ਦਿਆਲੂ ਤੇ ਦਾਨੀ ਬੰਦੇ ਨੂੰ ਇੱਕ ਦਾਨ ਪਾਤਰ ਭਾਲ ਲੈਣ ਵਿੱਚ ਉਸ ਤੋਂ ਵੀ ਜ਼ਿਆਦਾ ਖੁਸ਼ੀ ਹੁੰਦੀ ਹੈ ਜਿੰਨੀ ਕਿ ਦਾਨ ਦੇਣ ਵਿੱਚ ਹੁੰਦੀ ਹੈ। ਕੀ ਤੁਹਾਡੇ ਕੋਲ ਵੀ ਅਜਿਹਾ ਕੁਝ ਹੈ ਜਿਸ ਨੂੰ ਹਮੇਸ਼ਾ ਆਪਣੇ ਕੋਲ ਰੱਖ ਸਕੋ? ਤੁਹਾਡੇ ਕੋਲ ਜੋ ਕੁਝ ਵੀ ਹੈ ਉਹ ਸਭ ਕੁਝ ਇੱਕ ਨਾ ਇੱਕ ਦਿਨ ਖੁੱਸ ਜਾਵੇਗਾ। ਇਸ ਲਈ ਬਿਹਤਰ ਇਹੀ ਹੈ ਕਿ ਹੁਣੇ ਤੋਂ ਹੀ ਦਾਨ ਦੇਣਾ ਸ਼ੁਰੂ ਕਰ ਦਿਓ, ਤਾਂ ਕਿ ਆਪਣੀ ਧਨ ਦੌਲਤ ਆਪਣੇ ਹੱਥੀਂ ਦਾਨ ਕਰਨ ਦਾ ਮੌਕਾ ਤੁਹਾਨੂੰ ਮਿਲ ਸਕੇ, ਨਾ ਕਿ ਤੁਹਾਡੇ ਵਾਰਿਸਾਂ ਨੂੰ। ਤੁਸੀਂ ਅਕਸਰ ਕਹਿੰਦੇ ਹੋ ਮੈਂ ਦਾਨ ਤਾਂ ਦੇਵਾਂਗਾ, ਪਰ ਸਿਰਫ ਉਸ ਨੂੰ ਜੋ ਇਸ ਦਾ ਯੋਗ ਪਾਤਰ ਹੈ। ਪਰ ਤੁਹਾਡੇ ਬਾਗ ਦੇ ਰੁੱਖ ਤਾਂ ਇੱਦਾਂ ਨਹੀਂ ਕਹਿੰਦੇ, ਨਾ ਹੀ ਤੁਹਾਡੀਆਂ ਚਾਰਾਗਾਹਾਂ ਵਿੱਚ ਉੱਗੇ ਘਾਹ ਦੇ ਝੁੰਡ ਹੀ ਇੱਦਾਂ ਕਹਿੰਦੇ ਨੇ। ਉਹ ਤਾਂ ਇਸ ਲਈ ਵੰਡਦੇ ਨੇ ਤਾਂ ਕਿ ਜਿੰਦਾ ਰਹਿ ਸਕਣ, ਕਿਉਂਕਿ ਆਪਣੇ ਕੋਲ ਸਾਂਭ ਕੇ ਰੱਖਣ ਦਾ ਮਤਲਬ ਹੈ ਖੁਦ ਨੂੰ ਹੀ ਤਬਾਹ ਕਰ ਦੇਣਾ। ਬੇਸ਼ੱਕ ਉਹ ਬੰਦਾ ਜੋ ਰੱਬ ਦੇ ਸਿਰਜੇ ਦਿਨ ਤੇ ਰਾਤ ਹਾਸਲ ਕਰਨ ਦੇ ਕਾਬਿਲ ਹੈ, ਉਹ ਤੁਹਾਡੇ ਤੋਂ ਵੀ ਸਾਰਾ ਕੁਝ ਹਾਸਲ ਕਰ ਸਕਣ ਦੇ ਕਾਬਿਲ ਹੈ। ਤੇ ਉਹ ਬੰਦਾ ਜੋ ਜ਼ਿੰਦਗੀ ਦੇ ਸਮੁੰਦਰ 'ਚੋਂ ਪਾਣੀ ਪੀਣ ਦੇ ਯੋਗ ਹੈ, ਤਾਂ ਉਹ ਇਸ ਯੋਗ ਵੀ ਹੈ ਤੁਹਾਡੀ ਇਸ ਛੋਟੀ ਜਿਹੀ ਨਦੀ 'ਚੋਂ ਆਪਣਾ ਪਿਆਲਾ ਭਰ ਸਕੇ। ਤੇ ਇਸ ਤੋਂ ਜ਼ਿਆਦਾ ਹਿੰਮਤ ਤੇ ਬਹਾਦਰੀ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਉਹ ਦਾਨ ਲੈਣ ਦੀ ਬੇਇੱਜ਼ਤੀ ਸਹਿੰਦਾ ਹੈ। ਦਾਨ ਦੇਣ ਵਿੱਚ ਭਲਾ ਕਿਹਦੀ ਹਿੰਮਤ ਤੇ ਬਹਾਦਰੀ ਦੀ ਲੋੜ ਹੈ? ਤੇ ਤੁਸੀਂ ਕੌਣ ਹੁੰਦੇ ਹੋ ਭਲਾ ਕਿ ਕੋਈ ਬੰਦਾ ਆਪਣਾ ਸੀਨਾ ਚੀਰ ਕੇ ਆਪਣਾ ਆਤਮ ਸਨਮਾਨ ਸਿੱਕੇ ਟੰਗ ਕੇ ਖੁਦ ਨੂੰ ਤੁਹਾਡੇ ਸਾਹਮਣੇ ਨੰਗਾ ਕਰ ਦੇਵੇ, ਤਾਂ ਕਿ ਤੁਸੀਂ ਉਸ ਦੀ ਯੋਗਤਾ ਨੂੰ ਨਿਰਸੰਕੋਚ ਪੜਚੋਲ ਸਕੇ। ਪਹਿਲਾਂ ਤੁਸੀਂ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰੋ ਕਿ ਤੁਸੀਂ ਖੁਦ ਇਸ ਕਾਬਿਲ ਹੋ ਕਿ ਤੁਸੀਂ ਕੁਝ ਦੇ ਸਕੋ ਜਾਂ ਦਾਨ ਦੇਣ ਦੇ ਕਾਬਿਲ ਬਣ ਸਕੋ। ਤੇ ਸੱਚ ਤਾਂ ਇਹ ਹੈ ਕਿ ਜ਼ਿੰਦਗੀ ਨੂੰ ਦਿੰਦੀ ਹੈ, ਤੇ ਤੁਸੀਂ ਜੋ ਖੁਦ ਨੂੰ ਇੱਕ ਦਾਨੀ ਸਮਝਦੇ ਹੋ, ਅਸਲ ਵਿੱਚ ਸਿਰਫ ਇੱਕ ਜ਼ਰੀਆ ਹੋ। ਤੇ ਤੁਸੀਂ ਲੈਣ ਵਾਲਿਓ ਲੈਣਾ ਤੁਹਾਡੀ ਸਭ ਦੀ ਹੋਣੀ ਹੈ। ਆਪਣੇ ਤੇ ਅਹਿਸਾਨਾਂ ਦਾ ਬੋਝ ਨਾ ਲੱਦੋ, ਕਿਉਂਕਿ ਇੱਦਾਂ ਤੁਸੀਂ ਖੁਦ ਨੂੰ ਤੇ ਨਾਲ ਦੇ ਨਾਲ ਦਾਨ ਦੇਣ ਵਾਲਿਆਂ ਨੂੰ ਵੀ ਅਧੀਨ ਬਣਾ ਦਿਓਗੇ। ਸਗੋਂ ਤੁਸੀਂ ਤਾਂ ਦਾਨੀਆਂ ਨਾਲ ਰਲ ਕੇ ਦਾਨ ਦੇ ਆਸਰੇ ਹੀ ਉੱਪਰ ਉੱਡਣਾ ਹੈ, ਜਿਵੇਂ ਖੰਭਾਂ ਦੇ ਆਸਰੇ ਉੱਪਰ ਉੱਠਿਆ ਜਾਂਦਾ ਹੈ। ਕਿਉਂਕਿ ਆਪਣੇ ਕਰਜ਼ੇ ਦੇ ਪ੍ਰਤੀ ਹੱਦੋਂ ਵੱਧ ਸੰਚੇਤ ਰਹਿਣ ਦਾ ਮਤਲਬ ਹੋਵੇਗਾ ਉਸ ਦਾਨੀ ਦੀ ਦਿਆਲਤਾ 'ਤੇ ਸ਼ੱਕ ਕਰਨਾ, ਜੋ ਇਸ ਵਿਸ਼ਾਲ ਦਿਲ ਦੀ ਮਾਲਕਣ ਧਰਤੀ ਨੂੰ ਆਪਣੀ ਮਾਂ ਤੇ ਰੱਬ ਨੂੰ ਆਪਣਾ ਪਿਤਾ ਸਮਝਦਾ। ਖੁਰਾਕ। ਫਿਰ ਇੱਕ ਬੁੱਢਾ ਬੰਦਾ ਜੋ ਕਿ ਇੱਕ ਸਰਾਂ ਦਾ ਮਾਲਕ ਸੀ ਬੋਲਿਆ, ਸਾਨੂੰ ਖਾਣ ਪੀਣ ਬਾਬਤ ਕੁਝ ਦੱਸੋ। ਤੇ ਉਸ ਨੇ ਕਿਹਾ, ਕਿੰਨਾ ਚੰਗਾ ਹੁੰਦਾ ਜੇ ਤੁਸੀਂ ਇਸ ਧਰਤੀ 'ਤੇ ਖਿੰਡਰੀਆਂ ਸੁਗੰਧੀਆਂ ਤੇ ਸਹਾਰੇ ਜਿੰਦਾ ਰਹਿ ਸਕਦੇ, ਬਿਲਕੁਲ ਉਸ ਬੂਟੇ ਦੀ ਤਰ੍ਹਾਂ ਜੋ ਸਿਰਫ ਸੂਰਜੀ ਰੋਸ਼ਨੀ ਦੇ ਸਹਾਰੇ ਹੀ ਜਿੰਦਾ ਰਹਿੰਦਾ। ਪਰ ਜਦ ਤੁਸੀਂ ਕਿਸੇ ਨੂੰ ਜਾਂ ਕਿਸੇ ਨੇ ਤੁਹਾਨੂੰ ਖੁਰਾਕ ਖਾਤਰ ਮਾਰਨਾ ਹੀ ਹੈ ਤੇ ਪੀਣ ਲਈ
ਨਵ ਜਨਮੇ ਬੱਚੇ ਦੇ ਮੂੰਹੋਂ ਉਸ ਦੀ ਮਾਂ ਦੇ ਦੁੱਧ ਖੋਣਾ ਹੀ ਹੈ ਤਾਂ ਕਿਉਂ ਨਾ ਇਸ ਨੂੰ ਇੱਕ ਪੂਜਾ ਦੀ ਵਿਧੀ ਬਣਾ ਦਿਓ ਤੇ ਆਪਣੇ ਮੰਚ ਨੂੰ ਇੱਕ ਬਲੀ ਦੀ ਦੇਵੀ ਦਾ ਰੂਪ ਦੇ ਦਿਓ, ਜਿਸ ਤੇ ਜੰਗਲ ਤੇ ਸ਼ਹਿਰ ਦੇ ਬੇਕਸੂਰ ਤੇ ਮਾਸੂਮ ਬਿਰਖਾਂ ਤੇ ਜਾਨਵਰਾਂ ਦੀ ਬਲੀ ਉਹਨਾਂ ਲਈ ਚੜ੍ਹਦੀ ਹੋਵੇ ਜੋ ਮਨੁੱਖਾਂ ਵਿੱਚੋਂ ਹੋਰ ਜ਼ਿਆਦਾ ਬੇਕਸੂਰ ਤੇ ਮਾਸੂਮ ਨੇ। ਜਦ ਤੁਸੀਂ ਕਿਸੇ ਜਾਨਵਰ ਨੂੰ ਮਾਰੋ ਤਾਂ ਮਨ ਹੀ ਮਨ ਉਸ ਨੂੰ ਆਖੋ, ਜਿਹੜੀ ਤਾਕਤ ਤੈਨੂੰ ਮਾਰਦੀ ਹੈ ਉਹੀ ਤਾਕਤ ਮੈਨੂੰ ਵੀ ਮਾਰਦੀ ਹੈ ਤੇ ਮੇਰੀ ਵੀ ਵਾਰੀ ਆਏਗੀ, ਕਿਉਂਕਿ ਜਿਸ ਤਾਕਤ ਨੇ ਤੈਨੂੰ ਮੇਰੇ ਹੱਥ ਸੌਂਪਿਆ ਹੈ ਉਹੀ ਤਾਕਤ ਮੈਨੂੰ ਵੀ ਮੈਥੋਂ ਜ਼ਿਆਦਾ ਤਾਕਤਵਰ ਦੇ ਹੱਥ 'ਚ ਸੌਂਪ ਦੇਗੀ। ਤੇਰਾ ਤੇ ਮੇਰਾ ਲਹੂ ਸਿਵਾਏ ਉਸ ਰਸ ਦੇ ਹੋਰ ਕੁਝ ਵੀ ਨਹੀਂ ਜੋ ਕਿ ਇਸ ਵਾਯੂਮੰਡਲ ਰੂਪੀ ਬਿਰਖ ਨੂੰ ਸਿੱਝਦਾ ਹੈ। ਤੇ ਜਦੋਂ ਤੁਸੀਂ ਕਿਸੇ ਸੇਬ ਨੂੰ ਆਪਣੇ ਦੰਦਾਂ ਨਾਲ ਚੱਕ ਮਾਰੋ ਤਾਂ ਮਨ ਹੀ ਮਨ ਉਸ ਨੂੰ ਕਹੋ, ਤੇਰੇ ਵੀ ਮੇਰੇ ਸਰੀਰ 'ਚ ਜਿਉਂਦੇ ਰਹਿਣਗੇ ਤੇ ਤੇਰੀ ਪਲਕ ਦੀਆਂ ਕਲੀਆਂ ਮੇਰੇ ਦਿਲ ਵਿੱਚ ਹਮੇਸ਼ਾ ਖਿੜਦੀਆਂ ਰਹਿਣਗੀਆਂ ਤੇ ਤੇਰੀ ਸੰਗਤ ਦੀ ਮੇਰੇ ਸਾਹਾਂ 'ਚ ਘੁਲ ਜਾਏਗੀ। ਤੇ ਇੱਦਾਂ ਹੀ ਅਸੀਂ ਰਲ ਮਿਲ ਕੇ ਆਉਣ ਵਾਲੇ ਮੌਸਮਾਂ 'ਚ ਖੁਸ਼ੀ ਖੇੜਾ ਮਨਾਉਂਦੇ ਰਹਾਂਗੇ। ਤੇ ਫਿਰ ਪੜਚੋਲ 'ਚ ਜਦੋਂ ਤੁਸੀਂ ਆਪਣੇ ਬਾਗਾਂ 'ਚੋਂ ਅੰਗੂਰ ਇਕੱਠੇ ਕਰਕੇ ਉਹਨਾਂ ਨੂੰ ਪੀੜਨ ਲਈ ਕੁਲਾੜੀ 'ਚ ਪਾਓ ਤਾਂ ਆਪਣੇ ਮਨ 'ਚ ਆਖੋ, ਮੈਂ ਵੀ ਤਾਂ ਅੰਗੂਰਾਂ ਦਾ ਇੱਕ ਬਾਗ ਹਾਂ ਤੇ ਮੇਰੇ ਫਲ ਵੀ ਭੱਠੀ 'ਚ ਕਾੜਨ ਲਈ ਇਕੱਠੇ ਕੀਤੇ ਜਾਣਗੇ। ਤੇ ਫਿਰ ਪਹਿਲੇ ਤੋੜ ਦੀ ਸ਼ਰਾਬ ਦੀ ਤਰ੍ਹਾਂ ਮੈਨੂੰ ਵੀ ਅਣਗਿਣਤ ਭਾਂਡਿਆਂ 'ਚ ਰੱਖਿਆ ਜਾਏਗਾ। ਤੇ ਫਿਰ ਸਿਆਲ 'ਚ ਜਦ ਤੁਸੀਂ ਸ਼ਰਾਬ ਨੂੰ ਪੀਣ ਲਈ ਬਾਹਰ ਕੱਢੋ ਤਾਂ ਤੁਹਾਡੇ ਦਿਲੋਂ ਹਰ ਪਿਆਲੇ ਲਈ ਇੱਕ ਗੀਤ ਨਿਕਲਣਾ ਚਾਹੀਦਾ ਹੈ ਤੇ ਹਰ ਗੀਤ 'ਚ ਪਤਝੜ ਦੇ ਦਿਨਾਂ ਦੀ, ਉਸ ਅੰਗੂਰਾਂ ਦੇ ਬਾਗ ਦੀ ਤੇ ਉਸ ਸ਼ਰਾਬ ਦੀ ਭੱਠੀ ਦੀ ਯਾਦ ਵਸੀ ਹੋਵੇ।